ਸਤਿ ਸ਼੍ਰੀ ਅਕਾਲ ਜੀ। ਆਪ ਸਭ ਜੀ ਦਾ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਪੋਜ਼ਿਟਿਵ ਬਾਈ ਪੰਜਾਬ ਦੇ ਉੱਤੇ। ਜਿਵੇਂ ਕਿ ਤੁਹਾਨੂੰ ਸਭ ਨੂੰ ਪਤਾ ਬੇਟੇ, ਆਪਾਂ ਆਂਗਣਵਾੜੀ ਸੁਪਰਵਾਈਜ਼ਰ ਪੇਪਰ ਵਾਸਤੇ ਇੱਥੇ ਤਿਆਰੀ ਕਰ ਰਹੇ ਹਾਂ ਚਾਈਲਡ ਡਿਵੈਲਪਮੈਂਟ ਦੀ। ਅੱਜ ਉਹਦੇ ਵਿੱਚ ਆਪਾਂ ਨੈਕਸਟ ਵੀਡੀਓ ਲੈ ਕੇ ਆਏ ਹਾਂ। ਇਸ ਤੋਂ ਇਲਾਵਾ ਬੇਟੇ ਇਸ ਚੈਨਲ ਦੇ ਵਿੱਚ ਤੁਹਾਨੂੰ ਪੰਜਾਬ ਜੀਕੇ, ਪੰਜਾਬੀ ਗ੍ਰਾਮਰ ਤੇ ਕੰਪਿਊਟਰ ਦੀ ਤਿਆਰੀ ਕਰਾਈ ਜਾਂਦੀ ਹੈ ਬਿਲਕੁਲ ਫ੍ਰੀ। ਥਿਊਰੀ ਸਾਰਿਆਂ ਦੀ ਫ੍ਰੀ ਹੈ ਬੇਟੇ। ਜੇ ਕਿਸੇ ਨੇ ਕੋਈ MCQ ਵਗੈਰਾ ਲੈਣੇ ਆ ਤੁਸੀਂ ਆਪਣੀ ਐਪ ਤੇ ਜਾ ਕੇ ਖਰੀਦ ਸਕਦੇ ਹੋ। ਠੀਕ ਹੈ, ਅਲੱਗ-ਅਲੱਗ ਕੋਰਸ ਮੈਂ ਉੱਥੇ ਲਾਂਚ ਕੀਤੇ ਹੋਏ ਆ। ਪੰਜਾਬੀ ਗ੍ਰਾਮਰ ਦਾ ਵੀ ਕੀਤਾ ਹੋਇਆ, ਪੰਜਾਬ ਜੀਕੇ ਦਾ ਵੀ, ਕੰਪਿਊਟਰ ਦੇ MCQ ਵੀ, ਤੇ ਨਾਲ ਤੁਹਾਡੇ ਇਹ ਚਾਈਲਡ ਡਿਵੈਲਪਮੈਂਟ ਦੇ ਬਣ ਰਹੇ ਆ। ਤੇ ਅੰਗਰੇਜ਼ੀ ਪੰਜਾਬੀ ਮੀਡੀਅਮ ਦੇ ਵਿੱਚ ਤੁਹਾਨੂੰ ਸਾਰੇ ਕੁਐਸਚਨ ਮਿਲ ਜਾਣਗੇ। ਚਲੋ ਸਟਾਰਟ ਕਰਦੇ ਆਪਾਂ। ਅੱਜ ਦਾ ਟੌਪਿਕ ਬਹੁਤ ਵਧੀਆ ਹੈ, ਬਹੁਤ ਜ਼ਿਆਦਾ ਇੰਪੋਰਟੈਂਟ ਹੈ ਤੁਹਾਡੇ ਵਾਸਤੇ। ਟੈਕਨੀਕਲ ਟੌਪਿਕ ਹੈ ਅੱਜ ਆਪਣਾ। ਤਾਂ ਕਲਾਸ ਨੂੰ ਐਂਡ ਤੱਕ ਜਰੂਰ ਦੇਖਣਾ। ਐਂਡ ਦੇ ਵਿੱਚ ਮੈਂ ਕੁਐਸਚਨ ਵੀ ਪੁੱਛਦਾ ਹੁੰਦਾ, ਉਹਦਾ ਆਨਸਰ ਜਰੂਰ ਕਰਕੇ ਜਾਇਆ ਕਰੋ ਕਮੈਂਟ ਬਾਕਸ ਦੇ ਵਿੱਚ। ਬਾਕੀ ਜੇ ਕਲਾਸ ਤੁਹਾਨੂੰ ਵਧੀਆ ਲੱਗੂਗੀ ਬੇਟੇ ਪਲੀਜ਼ ਲਾਈਕ ਸ਼ੇਅਰ ਜਰੂਰ ਕਰਿਆ ਕਰੋ ਤੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਨਵੀਆਂ ਵੀਡੀਓ ਦੇਖਣ ਵਾਸਤੇ। ਅੱਜ ਆਪਾਂ ਕਰਨਾ ਬੇਟੇ ਜਿਹੜਾ ਟੌਪਿਕ ਹੈਗਾ ਉਹ ਹੈਗਾ ਜੀ ਆਪਣਾ ਨਿਊਟ੍ਰੀਸ਼ਨ ਤੇ ਹੈਲਥ ਦੇ ਉੱਪਰ ਹੈ। ਆਪਾਂ ਜ਼ਿਆਦਾ ਗੱਲ ਕਰਾਂਗੇ ਨਿਊਟ੍ਰੀਸ਼ਨ ਦੀ ਗੱਲ ਕਰਾਂਗੇ ਅੱਜ। ਠੀਕ ਹੈ, ਚਲੋ ਜੀ ਆਪਾਂ ਸਟਾਰਟ ਕਰਦੇ ਹਾਂ। ਸਭ ਤੋਂ ਪਹਿਲਾਂ ਆਪਾਂ ਦੇਖਦੇ ਹਾਂ ਵੀ ਨਿਊਟ੍ਰੀਸ਼ਨ ਹੁੰਦਾ ਕੀ ਹੈ, ਇਹਨੂੰ ਪੰਜਾਬੀ ਚ ਕੀ ਕਹਿੰਦੇ ਆ ਆਪਾਂ। ਠੀਕ ਹੈ ਜੀ, ਨਿਊਟ੍ਰੀਸ਼ਨ ਕਹਿ ਲਓ ਜਾਂ ਨਿਊਟ੍ਰੀਐਂਟ ਕਹਿ ਲਓ। ਠੀਕ ਹੈ ਜੀ, ਨਿਊਟ੍ਰੀਸ਼ਨ ਹੁੰਦਾ ਪੋਸ਼ਣ, ਨਿਊਟ੍ਰੀਐਂਟਸ ਹੁੰਦੇ ਨੇ ਪੌਸ਼ਟਿਕ ਤੱਤ ਜਿਹੜੇ ਆਪਾਂ ਭੋਜਨ ਦੇ ਵਿੱਚ ਖਾਂਦੇ ਆ, ਜਿਹੜੇ ਆਪਾਂ ਨੂੰ ਮਿਲਦੇ ਆ। ਇਹਦੇ ਉੱਪਰ ਆਪਾਂ ਗੱਲ ਕਰਨੇ ਆ ਵੀ ਇਹਨਾਂ ਦੀ ਕੀ ਅਹਿਮੀਅਤ ਆਪਣੀ ਲਾਈਫ ਦੇ ਵਿੱਚ ਜਾਂ ਆਪਣੀ ਬੋਡੀ ਵਾਸਤੇ ਕਿਉਂ ਜ਼ਰੂਰੀ ਨੇ। ਜੇ ਆਪਣੀ ਬੋਡੀ ਵਿੱਚ ਪ੍ਰੋਪਰ ਇਹ ਡਾਈਟ ਨਹੀਂ ਮਿਲਦੀ ਤਾਂ ਆਪਾਂ ਨੂੰ ਕਿਹੜੀਆਂ ਬਿਮਾਰੀਆਂ ਹੋ ਸਕਦੀਆਂ। ਚਲੋ ਜੀ ਸਟਾਰਟ ਕਰਦੇ ਹਾਂ ਬੇਟੇ। ਇਹਦੇ ਵਿੱਚ ਲਿਖਿਆ ਕੀ ਹੋਇਆ ਦੇਖੋ, ਕਹਿੰਦਾ ਜੀ ਨਿਊਟ੍ਰੀਸ਼ਨ ਕੀ ਹੈ ਬੇਸਿਕਲੀ ਅਬਾਊਟ ਦਾ ਈਟਿੰਗ ਏ ਹੈਲਥੀ ਐਂਡ ਬੈਲੈਂਸਡ ਡਾਈਟ। ਠੀਕ ਹੈ, ਹੈਲਥੀ ਤੇ ਬੈਲੈਂਸਡ ਡਾਈਟ ਦਾ ਮਤਲਬ ਕੀ ਹੈ ਕਿ ਇੱਕ ਸਿਹਤਮੰਦ ਤੇ ਸੰਤੁਲਿਤ ਜਿਹੜੀ ਖੁਰਾਕ ਹੁੰਦੀ ਹੈ ਉਹ ਖਾਣੀ ਬਹੁਤ ਜ਼ਰੂਰੀ ਹੈ। ਜੇ ਤੁਸੀਂ ਨਹੀਂ ਖਾਂਦੇ ਤੁਹਾਨੂੰ ਕੀ ਹੋ ਜਾਊਗਾ ਰਾਜੇ, ਮਾਲ ਨਿਊਟ੍ਰੀਸ਼ਨ ਹੋ ਜਾਊਗਾ। ਤੁਹਾਨੂੰ ਮੈਂ ਪਹਿਲਾਂ ਹੀ ਪੜਾਇਆ ਸੀਗਾ ਮਾਲ ਨਿਊਟ੍ਰੀਸ਼ਨ ਕੀ ਹੁੰਦਾ, ਜਿਹਨੂੰ ਆਪਾਂ ਕੁਪੋਸ਼ਣ ਬੋਲ ਦਿੰਦੇ ਆ। ਠੀਕ ਹੈ, ਇਹ ਚੀਜ਼ ਯਾਦ ਰੱਖਣੀ ਹੈ। ਹੁਣ ਨੈਕਸਟ ਇਹਦੇ ਬਾਰੇ ਤੁਹਾਨੂੰ ਜ਼ਿਆਦਾਤਰ ਪਤਾ ਹੀ ਹੋਊਗਾ ਵੀ ਨਿਊਟ੍ਰੀਸ਼ਨ ਹੁੰਦਾ ਕੀ ਹੈ। ਇਸ ਤੋਂ ਇਲਾਵਾ ਅਗਰ ਆਪਾਂ ਗੱਲ ਕਰੀਏ ਰਾਜੇ, ਜਿਹੜਾ ਭੋਜਨ ਆਪਾਂ ਖਾਂਦੇ ਆ ਜਾਂ ਪੀਣ ਵਾਲੇ ਜਿਹੜੇ ਆਪਾਂ ਪਾਣੀ ਪੀਂਦੇ ਆ, ਕੋਈ ਲਿਕੁਇਡ ਪੀਂਦੇ ਆ। ਠੀਕ ਹੈ ਜੀ, ਇਹ ਕਹਿੰਦਾ ਤੁਹਾਨੂੰ ਸਿਹਤਮੰਦ ਰਹਿਣ ਲਈ ਲੋੜੀਂਦੀ ਊਰਜਾ ਤੇ ਪੌਸ਼ਟਿਕ ਤੱਤ ਪ੍ਰਦਾਨ ਕਰਦੇ ਨੇ। ਠੀਕ ਹੈ, ਹੁਣ ਜੋ ਆਪਾਂ ਮੰਨ ਲਓ ਕੋਈ ਰੋਟੀ ਖਾਂਦੇ ਆ, ਆਪਾਂ ਕਿਉਂ ਖਾਂਦੇ ਆ? ਕਿਉਂਕਿ ਆਪਣੇ ਸਰੀਰ ਨੂੰ ਕੀ ਜ਼ਰੂਰਤ ਹੁੰਦੀ ਹੈ, ਊਰਜਾ ਦੀ ਜ਼ਰੂਰਤ ਹੁੰਦੀ ਹੈ, એનર્ਜੀ ਦੀ ਜ਼ਰੂਰਤ ਹੁੰਦੀ ਹੈ। ਤਾਂ ਹਰੇਕ ਨਿਊਟ੍ਰੀਐਂਟ ਤੋਂ ਆਪਾਂ ਨੂੰ ਹਰੇਕ ਭੋਜਨ ਤੋਂ ਵੱਖਰੇ ਨਿਊਟ੍ਰੀਐਂਟਸ ਮਿਲਦੇ ਆ। ਨੈਕਸਟ ਆਪਾਂ ਗੱਲ ਕਰਦੇ ਆ, ਕਹਿੰਦਾ ਜੇ ਆਪਾਂ ਗੱਲ ਕਰੀਏ ਕਹਿੰਦਾ ਜੀ ਇੱਕ ਪ੍ਰੋਪਰ ਜਿਹੜੀ ਡਾਈਟ ਹੈਗੀ ਹੈ ਰਾਜੇ, ਕਹਿੰਦਾ ਇਹ ਆਪਾਂ ਨੂੰ ਪਹਿਲੇ ਦਿਨ ਤੋਂ ਜ਼ਰੂਰੀ ਹੈ। ਪਹਿਲੇ ਦਿਨ ਦਾ ਮਤਲਬ ਕਿ ਜਦੋਂ ਆਪਣਾ ਬਰਥ ਹੋ ਜਾਂਦਾ ਹੈ ਉਸੇ ਦਿਨ ਤੋਂ ਅਗਰ ਆਪਾਂ ਨੂੰ ਪ੍ਰੋਪਰ ਡਾਈਟ ਮਿਲੂਗੀ ਤਾਂ ਹੀ ਆਪਣਾ ਜਿਹੜਾ ਡਿਵੈਲਪਮੈਂਟ ਆਪਣੀ ਹੈਗੀ ਹੈ ਪ੍ਰੋਪਰਲੀ ਹੋਊਗੀ, ਗਰੋਥ ਵਧੀਆ ਹੋਊਗੀ ਆਪਣੀ। ਲਾਸਟ ਟਾਈਮ ਤੁਹਾਨੂੰ ਮੈਂ ਕਰਵਾਇਆ ਵੀ ਸੀ, ਦੇਖਿਆ ਕੁਝ ਬਿਮਾਰੀਆਂ ਦੇ ਨਾਮ ਕਰਵਾਏ ਸੀਗੇ। ਹੁਣ ਉਹਦੇ ਵਿੱਚ ਪ੍ਰੋਬਲਮ ਕੀ ਸੀਗੀ ਕਿ ਕੁਝ ਤਾਂ ਆਪਾਂ ਨੂੰ ਇਨਹੈਰਿਟ ਹੁੰਦੀਆਂ ਨੇ ਬਿਮਾਰੀਆਂ ਆਪਣੇ ਮਾਂ-ਬਾਪ ਤੋਂ, ਪਰ ਕੁਝ ਆਪਣੀਆਂ ਜਿਹੜੀਆਂ ਹੁੰਦੀਆਂ ਬਿਮਾਰੀਆਂ ਉਹ ਆਪਣੀ ਇਨਬੈਲੈਂਸਡ ਜਿਹੜੀ ਡਾਈਟ ਹੁੰਦੀ ਹੈ, ਜਿਹੜੀ ਪ੍ਰੋਪਰ ਖੁਰਾਕ ਨਹੀਂ ਲੈਂਦੇ ਆਪਾਂ, ਉਹਦੇ ਕਰਕੇ ਹੋ ਜਾਂਦੀਆਂ। ਤਾਂ ਕਹਿੰਦਾ ਇਹ ਪ੍ਰੋਪਰ ਡਾਈਟ ਇਜ਼ ਐਸੈਂਸ਼ੀਅਲ ਫॉर ਵੈਰੀ अर्ਲੀ ਏਜ ਆਫ ਲਾਈਫ ਫॉर ਦਾ ਗਰੋਥ ਡਿਵੈਲਪਮੈਂਟ ਐਂਡ ਐਕਟਿਵ ਲਾਈਫ। ਠੀਕ ਹੈ, ਛੋਟੀ ਉਮਰ ਤੋਂ ਆਪਾਂ ਨੂੰ ਜ਼ਰੂਰੀ ਹੈ ਇੱਕ ਬੈਲੈਂਸਡ ਡਾਈਟ। ਇਸ ਤੋਂ ਬਾਅਦ ਅਗਰ ਆਪਾਂ ਗੱਲ ਕਰੀਏ ਕਹਿੰਦਾ ਜੀ ਲੋਕਾਂ ਦੇ ਸਮੂਹਾਂ ਦੀ ਔਸਤ ਪੌਸ਼ਟਿਕ ਲੋੜਾਂ ਨਿਸ਼ਚਿਤ ਹੁੰਦੀਆਂ ਨੇ। ਹੁਣ ਦੇਖੋ ਹਰੇਕ ਵਰਗ ਜਿਹੜਾ ਹੈਗਾ, ਹਰੇਕ ਬੰਦਾ ਇੱਕੋ ਵਰਗਾ ਨਹੀਂ ਹੁੰਦਾ। ਹੁਣ ਕਿਸੇ ਦੀ ਡਾਈਟ ਕਿਸ ਤਰ੍ਹਾਂ ਹੁੰਦੀ, ਕਿਸੇ ਦੀ ਡਾਈਟ ਕਿਸ ਤਰ੍ਹਾਂ ਹੁੰਦੀ ਹੈ, ਇਹ ਡਿਪੈਂਡ ਕਰਦੀ ਹੈ ਆਪਣੀ ਏਜ ਦੇ ਉੱਪਰ, ਆਪਣੇ ਜੈਂਡਰ ਦੇ ਉੱਪਰ। ਕੋਈ ਮੇਲ ਹੈ ਕਿ ਫੀਮੇਲ ਹੈ, ਉਹਦੀ ਹਾਈਟ ਉੱਪਰ, weight ਉੱਪਰ, ਡਿਗਰੀ ਆਫ ਐਕਟੀਵਿਟੀ ਉੱਪਰ। ਮਤਲਬ ਆਪਾਂ ਕੰਮ ਕੀ ਕਰਦੇ ਹਾਂ। ਹੁਣ ਇੱਕ ਮਜ਼ਦੂਰ ਦੀ ਡਾਈਟ ਵੱਖਰੀ ਹੋਊਗੀ, ਇੱਕ ਸਿਟਿੰਗ ਜੌਬ ਵਾਲੇ ਬੰਦੇ ਦੀ ਡਾਈਟ ਵੱਖਰੀ ਹੋਊਗੀ। ਠੀਕ ਹੈ, ਇੱਕ ਮੁੰਡੇ ਦੀ ਡਾਈਟ ਵੱਖਰੀ ਹੋਊਗੀ, ਕੁੜੀ ਦੀ ਡਾਈਟ ਵੱਖਰੀ ਹੋਊਗੀ। ਠੀਕ ਹੈ ਜੀ, ਹੁਣ ਏਜ ਦੀ ਅਕੋਰਡਿੰਗ ਬੱਚਿਆਂ ਦੀ ਡਾਈਟ ਵੱਖਰੀ ਹੋਊਗੀ, ਨੌਜਵਾਨਾਂ ਦੀ ਵੱਖਰੀ ਹੋਊਗੀ, ਬੁੜਿਆਂ ਦੀ ਵੱਖਰੀ ਹੋਊਗੀ। ਠੀਕ ਹੈ ਜੀ, ਤਾਂ ਕਹਿਣ ਦਾ ਮਤਲਬ ਬਜ਼ੁਰਗਾਂ ਦੀ ਡਾਈਟ ਵੱਖਰੀ ਹੋਊਗੀ। ਤਾਂ ਇਹ ਚੀਜ਼ਾਂ ਡਿਪੈਂਡ ਕਰਦੀਆਂ ਨੇ ਆਪਣੀਆਂ, ਇਹਦੇ ਉੱਪਰ ਨਿਰਭਰ ਕਰਦੀ ਆਪਣੀ ਜਿਹੜੀ ਡਾਈਟ ਹੈਗੀ ਹੈ, ਜਿਹੜੇ ਆਪਣੇ ਨਿਊਟ੍ਰੀਸ਼ਨਸ ਹੈਗੇ ਆ। ਇਸ ਤੋਂ ਬਾਅਦ ਅਗਰ ਆਪਾਂ ਗੱਲ ਕਰੀਏ ਜੇ ਇਹਦੀ ਡੈਫੀਨੇਸ਼ਨ ਵੱਲ ਦੇਖਣਾ ਹੋਵੇ ਧਿਆਨ ਨਾਲ ਕਿ ਨਿਊਟ੍ਰੀਸ਼ਨ ਬੇਸਿਕਲੀ ਹੈ ਕੀ ਹੈ। ਇਟ ਇਜ਼ ਦਾ ਸਟੱਡੀ ਆਫ ਦਾ ਨਿਊਟ੍ਰੀਐਂਟਸ ਇਨ ਦਾ ਫੂਡ, ਹਾਊ ਦਾ ਬੋਡੀ ਯੂਜ਼ them and the relationship between the diet, health and diseases। ਠੀਕ ਹੈ, ਬੇਸਿਕਲੀ ਪੋਸ਼ਣ ਦਾ ਮਤਲਬ ਹੈ ਕੀ ਹੈ ਕਿ ਆਪਣੇ ਭੋਜਨ ਦੇ ਵਿੱਚ ਜਿਹੜੇ ਪੌਸ਼ਟਿਕ ਤੱਤ ਹੈਗੇ ਆ ਉਹਨਾਂ ਦਾ ਅਧਿਐਨ ਕਰਨਾ। ਠੀਕ ਹੈ ਜੀ, ਉਹਨੂੰ ਆਪਣਾ ਸਰੀਰ ਕਿਵੇਂ ਯੂਜ਼ ਕਰਦਾ ਹੈ, ਕਿਵੇਂ ਉਹਨਾਂ ਦੀ ਵਰਤੋਂ ਕਰਦਾ ਹੈ। ਠੀਕ ਹੈ ਜੀ, ਜਾਂ ਆਪਾਂ ਕਹਿ ਸਕਦੇ ਜਿਹੜੀ ਆਪਣੀ ਹੈਲਥ ਹੈਗੀ ਹੈ ਇਹ ਕਿਵੇਂ, ਮਤਲਬ ਜਿਹੜੇ ਨਿਊਟ੍ਰੀਐਂਟਸ ਹੈਗੇ ਨੇ, ਪੌਸ਼ਟਿਕ ਤੱਤ ਹੈਗੇ ਨੇ, ਆਪਣੀ ਹੈਲਥ ਨੂੰ ਕਿਵੇਂ ਅਫੈਕਟ ਕਰਦੇ ਨੇ। ਤੇ ਜੇ ਆਪਾਂ ਇਹਨਾਂ ਦੀ ਪ੍ਰੋਪਰਲੀ ਇਹਨਾਂ ਨੂੰ ਆਪਾਂ ਗੇਨ ਨਹੀਂ ਕਰ ਰਹੇ ਤਾਂ ਆਪਣੇ ਵਿੱਚ ਕਿਹੜੀਆਂ ਬਿਮਾਰੀਆਂ ਹੋ ਜਾਂਦੀਆਂ। ਤਾਂ ਕਹਿਣ ਦਾ ਮਤਲਬ ਇਹ ਆਪਸ ਵਿੱਚ ਕੀ ਨੇ ਰਾਜੇ, ਕੋਰਲੇਟ ਨੇ। ਠੀਕ ਹੈ, ਨਿਊਟ੍ਰੀਐਂਟਸ ਦੀ ਗੱਲ ਕਰ ਲਓ, ਹੈਲਥ ਦੀ ਗੱਲ ਕਰ ਲਓ, ਡਿਸੀਜ਼ ਦੀ ਗੱਲ ਕਰ ਲਓ,
ਇਹ ਤਿੰਨੇ ਆਪਸ ਵਿੱਚ ਕੀ ਨੇ, ਇੱਕ ਦੂਜੇ ਉੱਪਰ ਡਿਪੈਂਡੈਂਟ ਨੇ। ਨੈਕਸਟ ਆਪਾਂ ਗੱਲ ਕਰਦੇ ਹਾਂ। ਹੁਣ ਕਹਿੰਦਾ ਕੀ ਹੈ, ਜਿਵੇਂ ਜਿਹੜੇ ਪੌਸ਼ਟਿਕ ਤੱਤ ਹੁੰਦੇ ਆ ਰਾਜੇ, ਜਿਹੜੇ ਉਹ ਆਪਾਂ ਨੂੰ ਕੀ ਕਰਦੇ ਆ, ਪੋਸ਼ਣ ਪ੍ਰਦਾਨ ਕਰਦੇ ਆ। ਹੁਣ ਪੌਸ਼ਟਿਕ ਤੱਤ ਹੁੰਦੇ ਕਿਹੜੇ ਆ, ਲਾਈਕ ਜਿਵੇਂ ਪ੍ਰੋਟੀਨ ਹੋ ਗਿਆ ਆਪਣੇ ਭੋਜਨ ਦੇ ਵਿੱਚ, ਕਾਰਬੋਹਾਈਡਰੇਟ ਹੋ ਗਿਆ, ਵਿਟਾਮਿਨਸ ਹੋ ਗਏ, ਚਰਬੀ ਹੋ ਗਈ, ਠੀਕ ਹੈ, ਫੈਟ ਜਿਹਨੂੰ ਆਪਾਂ ਬੋਲ ਦਿੰਦੇ ਆ, ਖनिज ਹੋ ਗਏ, ਫਾਈਬਰ ਹੋ ਗਏ, ਪਾਣੀ ਹੋ ਗਿਆ, ਠੀਕ ਹੈ। ਇਹ ਸਾਰੇ ਕੀ ਨੇ, ਆਪਣੇ ਪੌਸ਼ਟਿਕ ਤੱਤ ਨੇ ਜਿਹੜੇ ਆਪਾਂ ਨੂੰ ਭੋਜਨ ਦੇ ਵਿੱਚ ਮਿਲਦੇ ਆ ਵੱਖਰੇ ਵੱਖਰੇ ਰੂਪ ਦੇ ਵਿੱਚ। ਨੈਕਸਟ ਆਪਾਂ ਗੱਲ ਕਰੀਏ ਰਾਜੇ, ਕਹਿੰਦਾ ਜੇਕਰ ਲੋਕ ਆਪਣੀ ਖੁਰਾਕ ਦੇ ਵਿੱਚ ਪੌਸ਼ਟਿਕ ਤੱਤਾਂ ਦਾ ਸਹੀ ਸੰਤੁਲਨ ਨਹੀਂ ਰੱਖਦੇ ਤਾਂ ਉਹਨਾਂ ਦੀ ਸਿਹਤ ਦੀਆਂ ਕੁਝ ਸਥਿਤੀਆਂ ਦੇ ਵਿਕਾਸ ਦਾ ਜੋਖਮ ਬਣ ਜਾਂਦੀਆਂ। ਹੁਣ ਮੰਨ ਲਓ ਤੁਹਾਨੂੰ ਮੈਂ ਦੱਸ ਚੁੱਕਿਆ ਕਿ ਇੱਕ ਆਪਣੀ ਲਾਈਫ ਵਾਸਤੇ ਜਾਂ ਆਪਣੀ ਗਰੋਥ ਵਾਸਤੇ, ਆਪਣੀ ਹੈਲਥ ਵਾਸਤੇ ਕਿੰਨੇ ਜ਼ਰੂਰੀ ਨੇ। ਮੰਨ ਲਓ ਆਪਾਂ ਇਹਨੂੰ ਬੈਲੈਂਸ ਲੈ ਕੇ ਨਹੀਂ ਚੱਲਦੇ। ਹੁਣ ਕੋਈ ਬੰਦਾ ਜ਼ਿਆਦਾ, ਇਹ ਵੀ ਨਹੀਂ ਹੈਗਾ ਕਿ ਜੇ ਤੁਸੀਂ ਇੱਕ ਜਿਹੜਾ ਪੌਸ਼ਟਿਕ ਤੱਤ ਜ਼ਿਆਦਾ ਲੈ ਰਹੇ ਹੋ ਤਾਂ ਵੀ ਪ੍ਰੋਬਲਮ ਆਊਗੀ। ਮੰਨ ਲਓ ਤੁਸੀਂ ਫੈਟ ਜ਼ਿਆਦਾ ਲੈ ਰਹੇ ਹੋ, ਤੁਸੀਂ ਸੈਚੂਰੇਟਡ ਫੂਡ ਜ਼ਿਆਦਾ ਲੈ ਰਹੇ ਹੋ, ਜਿਵੇਂ ਮੰਨ ਲਓ ਨੌਨ ਵੈਜ ਹੁੰਦਾ, ਤਾਂ ਉਹ ਵੀ ਆਪਣੇ ਵਾਸਤੇ ਕੀ ਕਰਦਾ, ਪ੍ਰੋਬਲਮ ਕ੍ਰੀਏਟ ਕਰਦਾ, ਠੀਕ ਹੈ ਜੀ। ਤਾਂ ਇਹ ਕਹਿੰਦਾ ਵੀ ਜੇ ਆਪਾਂ ਮੰਨ ਲਓ ਪ੍ਰੋਪਰਲੀ ਨਹੀਂ ਲੈ ਰਹੇ ਜਾਂ ਲੋੜ ਤੋਂ ਵੱਧ ਲੈ ਰਹੇ ਹਾਂ ਤਾਂ ਆਪਣੇ ਵਾਸਤੇ ਕੀ ਹੈ, ਆਪਣੀ ਸਿਹਤ ਵਾਸਤੇ ਕੀ ਇੱਕ ਜੋਖਮ ਬਣ ਜਾਊਗਾ। ਜੋਖਮ ਦਾ ਮਤਲਬ ਹੁੰਦਾ ਕਿ ਆਪਣੀ ਪ੍ਰੋਬਲਮ ਕ੍ਰੀਏਟ ਕਰ ਸਕਦਾ ਹੈ, ਠੀਕ ਹੈ। ਜਿਵੇਂ ਹੁਣ ਮੰਨ ਲਓ ਆਪਾਂ ਸ਼ੂਗਰ ਵੱਧ ਲੈ ਰਹੇ ਹਾਂ ਤਾਂ ਉਹ ਆਪਣੇ ਵਿੱਚ ਸ਼ੂਗਰ ਜੀ ਲੈਵਲ ਜੇ ਵੱਧ ਜਾਊਗਾ ਤਾਂ ਆਪਣੇ ਵਾਸਤੇ ਕੀ ਆ ਜਾਊਗੀ, ਪ੍ਰੋਬਲਮ ਕ੍ਰੀਏਟ ਹੋ ਜਾਊਗੀ। ਤਾਂ ਇਹ ਚੀਜ਼ ਦੀ ਗੱਲ ਉਹ ਕਰ ਰਿਹਾ। ਚਲੋ ਹੁਣ ਇਹ ਤਾਂ ਸੀਗਾ ਜੀ ਆਪਣਾ ਇੱਕ ਇੰਟਰੋਡਕਸ਼ਨ ਪਾਰਟ ਮੈਂ ਕਰਵਾਇਆ। ਹੁਣ ਐਗਜ਼ਾਮ ਦੇ ਵਿੱਚ ਕਿਵੇਂ ਪੁੱਛ ਸਕਦਾ, ਤੁਹਾਨੂੰ ਕੁਐਸਚਨ ਇਸ ਤਰ੍ਹਾਂ ਦੇ ਆ ਸਕਦੇ ਆ ਕਿ ਸਰੀਰ ਦੇ ਵਿਕਾਸ ਵਾਸਤੇ, ਊਰਜਾ ਵਾਸਤੇ ਮੁਰੰਮਤ ਹੁੰਦੀ ਹੈ ਰਾਜੇ। ਜਿਵੇਂ ਮੰਨ ਲਓ ਆਪਣੇ ਕੋਈ ਸੱਟ ਵੱਜ ਜਾਂਦੀ ਹੈ ਤਾਂ ਕੁਝ ਦਿਨ ਬਾਅਦ ਤੁਹਾਨੂੰ ਪਤਾ ਸੱਟ ਦੇ ਉੱਪਰ ਖੂਨ ਰੁਕ ਜਾਂਦਾ ਕੁਝ ਮਿੰਟ ਬਾਅਦ, ਉਸ ਤੋਂ ਬਾਅਦ ਉਸਦੇ ਉੱਪਰ ਮਾਸ ਆ ਜਾਂਦਾ ਦੁਬਾਰਾ, ਤੇ ਠੀਕ ਹੈ ਜੀ। ਉਹਦੇ ਰੱਖ ਰਖਾਵ ਵਾਸਤੇ ਕਹਿੰਦਾ ਜੀ ਜਿਹੜੇ ਪਦਾਰਥ ਆਪਾਂ ਯੂਜ਼ ਕਰਦੇ ਆ ਉਹਨਾਂ ਨੂੰ ਕਹਿੰਦੇ ਕੀ ਹੈ, ਤਾਂ ਇੰਗਲਿਸ਼ ਦੇ ਵਿੱਚ ਵੀ ਲਿਖਿਆ ਗਿਆ, ਕਹਿੰਦਾ ਜੀ ਵਾਟ ਇਜ਼ ਦਾ ਸਬਸਟੈਂਸ ਰਿਕੁਆਇਰਡ ਬਾय ਦਾ ਬੋਡੀ ਫॉर ਦਾ ਗਰੋਥ, એનર્ਜੀ, ਰਿਪੇਅਰ ਐਂਡ ਦਾ ਮੇਨਟੇਨੈਂਸ। ਤਾਂ ਉਹ ਕੀ ਹੁੰਦੇ ਰਾਜੇ, ਤੁਹਾਡੇ ਨਿਊਟ੍ਰੀਐਂਟਸ ਹੁੰਦੇ ਨੇ, ਜਿਹਨੂੰ ਆਪਾਂ ਕਹਿ ਦਿੰਦੇ ਆ ਪੌਸ਼ਟਿਕ ਤੱਤ ਕਹਿ ਦਿੰਦੇ ਆ, ਠੀਕ ਹੈ ਜੀ। ਇਹ ਰਾਈਟ ਆਨਸਰ ਬਣੂਗਾ। ਕੱਲੇ ਜਿਵੇਂ ਕੱਲਾ ਕਾਰਬੋਹਾਈਡਰੇਟ ਨਹੀਂ ਹੁੰਦਾ, ਕੱਲਾ ਕੈਲਰੀ ਨਹੀਂ ਹੁੰਦੀ, ਕੱਲੇ ਫੈਟੀ ਐਸਿਡ ਨਹੀਂ ਹੁੰਦੇ। ਇਹਦੇ ਵਾਸਤੇ ਜਿਹੜਾ ਸ਼ਬਦ ਯੂਜ਼ ਹੁੰਦਾ ਰਾਜੇ, ਪੌਸ਼ਟਿਕ ਤੱਤ ਯੂਜ਼ ਹੁੰਦਾ, ਜਿਹਨੂੰ ਆਪਾਂ ਨਿਊਟ੍ਰੀਐਂਟਸ ਕਹਿੰਦੇ ਆ। ਤਾਂ ਇਸ ਤਰ੍ਹਾਂ ਦੇ ਕੁਐਸਚਨ ਆਉਣਗੇ, ਘਬਰਾਉਣਾ ਨਹੀਂਗਾ। ਲੈਵਲ ਕਈ ਮੇਰੀਆਂ ਭੈਣਾਂ ਮੈਨੂੰ ਮੈਸੇਜ ਕਰਦੀਆਂ, ਲੈਵਲ ਕਿਵੇਂ ਦਾ ਆਊਗਾ, ਇਵੇਂ ਦਾ ਲੈਵਲ ਹੀ ਆਊਗਾ ਜੇ ਤੁਹਾਨੂੰ ਮੈਂ ਕਰਵਾ ਰਿਹਾ। ਹੁਣ ਇੱਥੋਂ ਆਪਾਂ ਸ਼ੁਰੂ ਕਰਦੇ ਹਾਂ। ਵੈਸੇ ਤੁਹਾਨੂੰ ਕਈ ਗੱਲਾਂ ਪਤਾ ਹੋਣਗੀਆਂ ਪਰ ਅੱਗੇ ਜਾ ਕੇ ਥੋੜੀ ਜੀ ਟੈਕਨੀਕਲ ਹੋ ਜਾਊਗਾ ਇਹ ਟੌਪਿਕ। ਇਹਦੇ 1 ਤੋਂ 2 ਪਾਰਟ ਆ ਸਕਦੇ ਆ। ਇਹ ਫਸਟ ਪਾਰਟ ਹੈ ਅੱਜ ਇਸ ਟੌਪਿਕ ਦਾ। ਇਸ ਤੋਂ ਅਗਲਾ ਪਾਰਟ ਜਾਂ 3 ਪਾਰਟ ਆ ਸਕਦੇ ਆ। ਕਹਿੰਦਾ ਕੀ ਹੈ ਜੀ, ਭੋਜਨ ਹੁੰਦਾ ਕੀ ਹੈ, ਤੁਹਾਨੂੰ ਸਾਰਿਆਂ ਨੂੰ ਪਤਾ ਭੋਜਨ ਕੀ ਹੈ। ਕਹਿੰਦਾ ਜੀ ਖਾਣਯੋਗ ਪਦਾਰਥ ਹੈ ਜੋ ਕਿ ਸਰੀਰ ਦੇ ਵਿਕਾਸ ਵਾਸਤੇ, ਮੁਰੰਮਤ ਵਾਸਤੇ, ਮੇਨਟੇਨੈਂਸ ਵਾਸਤੇ ਆਪਾਂ ਨੂੰ ਕੀ ਕਰਦਾ, ਹੈਲਪ ਕਰਦਾ ਹੈ। ਕੀ? ਭੋਜਨ। ਕਹਿੰਦਾ ਜੀ ਕੋਈ ਵੀ ਖਾਣਯੋਗ ਜਿਹੜਾ ਪਦਾਰਥ ਹੈਗਾ, ਜਿਹੜਾ ਆਪਾਂ ਡੇਲੀ ਰੂਟੀਨ ਦੇ ਵਿੱਚ ਲੈਂਦੇ ਆ, ਠੀਕ ਹੈ ਜੀ, ਉਹ ਆਪਣੇ ਸਰੀਰ ਨੂੰ ਕੀ ਪ੍ਰਦਾਨ ਕਰਦਾ ਹੈ, ਪੌਸ਼ਟਿਕ ਤੱਤ ਪ੍ਰਦਾਨ ਕਰਦਾ ਹੈ, ਆਪਣੇ ਸਰੀਰ ਦਾ ਪੋਸ਼ਣ ਕਰਦਾ ਹੈ, ਠੀਕ ਹੈ ਜੀ। ਆਪਾਂ ਉਹਨੂੰ ਖਪਤ ਕਰਦੇ ਆ। ਖਪਤ ਦਾ ਮਤਲਬ ਕਿ ਆਪਣੀ ਬੋਡੀ ਦੇ ਵਿੱਚ ਜਾ ਕੇ ਕੰਜ਼ਿਊਮ ਹੋ ਜਾਂਦਾ ਹੈ, ਆਪਾਂ ਨੂੰ એનર્ਜੀ ਪ੍ਰਦਾਨ ਕਰਦਾ ਹੈ, ਉਹਨੂੰ ਆਪਾਂ ਕਹਾਂਗੇ ਭੋਜਨ। ਹੁਣ ਜਿਵੇਂ ਮੰਨ ਲਓ ਇੱਥੇ ਰਾਈਸ ਨੇ, ਰਾਈਸ ਵੀ ਭੋਜਨ ਹੈ, ਕਣਕ ਹੋ ਗਿਆ, ਬਾਜਰਾ, ਦਾਲਾਂ, ਠੀਕ ਹੈ, ਇਹ ਸਾਰਾ ਕੀ ਨੇ, ਭੋਜਨ ਨੇ ਆਪਣੇ। ਨੈਕਸਟ ਆਪਾਂ ਗੱਲ ਕਰਦੇ ਹਾਂ। ਕਹਿੰਦਾ ਭੋਜਨ ਸਰੀਰ ਦੇ ਵਿੱਚ ਕੀ ਕਰਦਾ ਹੈ, ਇਸ ਵਿੱਚ ਸ਼ਾਮਿਲ ਪੌਸ਼ਟਿਕ ਤੱਤ ਦੇ ਜ਼ਰੀਏ, ਠੀਕ ਹੈ ਜੀ, ਇਹਨਾਂ ਨੂੰ ਪੌਸ਼ਟਿਕ ਤੱਤਾਂ ਦੀ ਵਰਤੋਂ ਵਧਣਾ, ਸਿਹਤਮੰਦ ਤੇ ਮਜ਼ਬੂਤ ਰੱਖਣ ਲਈ ਕੀ ਕਰਦਾ ਹੈ। ਚਲੋ ਜੀ, ਹੁਣ ਅੱਗੇ ਆਪਾਂ ਪੜ੍ਹਨਾ ਵੀ ਜਿਹੜਾ ਨਿਊਟ੍ਰੀਐਂਟਸ ਹੈਗੇ ਨੇ ਇਹ ਆਪਾਂ ਨੂੰ ਕਿਵੇਂ ਮਿਲਦੇ ਨੇ, ਕਿਹੜੇ ਇਹ ਮਤਲਬ ਤੱਤਾਂ ਤੋਂ ਮਿਲਦੇ ਆ, ਕਿਹੜੇ ਭੋਜਨ ਤੋਂ ਕਿਹੜੇ ਨਿਊਟ੍ਰੀਐਂਟਸ ਮਿਲਦੇ ਆ, ਤੇ ਆਪਣੀ ਬੋਡੀ ਨੂੰ ਕਿਵੇਂ ਇਹ ਆਪਣੀ ਬੋਡੀ ਵਾਸਤੇ ਜ਼ਰੂਰੀ ਨੇ, ਇਹ ਆਪਾਂ ਅੱਗੇ ਸਾਰਾ ਪੜ੍ਹਨਾ ਹੈ, ਠੀਕ ਹੈ। ਇਹ ਚੀਜ਼ ਲਿਖੀ ਗਈ ਹੈ। ਹੁਣ ਆਪਾਂ ਪੜ੍ਹਦੇ ਹਾਂ ਜੀ ਨਿਊਟ੍ਰੀਸ਼ਨ ਦਾ ਮਤਲਬ ਹੁੰਦਾ ਪੋਸ਼ਣ, ਠੀਕ ਹੈ ਜੀ। ਮਾਲ ਨਿਊਟ੍ਰੀਸ਼ਨ ਦਾ ਮਤਲਬ ਹੁੰਦਾ ਕੁਪੋਸ਼ਣ। ਤਾਂ ਆਪਾਂ ਪੋਸ਼ਣ ਦੇ ਬਾਰੇ ਪੜ੍ਹਨਾ ਵੀ ਇੱਕ ਬੈਲੈਂਸ ਡਾਈਟ ਆਪਾਂ ਕਿਵੇਂ ਲੈਣੀ ਹੈ, ਕਿਵੇਂ ਆਪਾਂ ਪੌਸ਼ਟਿਕ ਤੱਤ ਲੈ ਸਕਦੇ ਹਾਂ। ਕਹਿੰਦਾ ਜੀ ਪੋਸ਼ਣ ਇੱਕ ਸਿਹਤਮੰਦ ਅਤੇ ਸੰਤੁਲਿਤ ਖੁਰਾਕ ਹੈ, ਠੀਕ ਹੈ ਜੀ, ਇੱਕ ਬੈਲੈਂਸ ਡਾਈਟ ਹੈ ਆਪਣੇ ਸਰੀਰ ਵਾਸਤੇ। ਕਹਿੰਦਾ ਜੀ ਇਹ ਉਹ ਪ੍ਰਕਿਰਿਆ ਹੈ ਜਿਸ ਦੁਆਰਾ ਸਰੀਰ ਭੋਜਨ ਦੀ ਵਰਤੋਂ, ਵਿਕਾਸ, ਰੱਖ ਰਖਾਵ ਤੇ ਸਿਹਤਮੰਦ ਜ਼ਿੰਦਗੀ ਲਈ ਕਰਦਾ ਹੈ। ਉਹ ਭੋਜਨ ਜੋ ਤੁਸੀਂ ਖਾਂਦੇ ਹੋ ਕਿਸ ਤਰ੍ਹਾਂ ਤੁਹਾਡੀ ਸਿਹਤ ਨੂੰ ਪ੍ਰਭਾਵਿਤ ਕਰਦੇ ਨੇ, ਇਹਨੂੰ ਕਹਿ ਦਿੰਦੇ ਆ ਜੀ ਪੋਸ਼ਣ, ਜਾਂ ਫਿਰ ਕਹਿ ਦਿੰਦੇ ਆ ਨਿਊਟ੍ਰੀਸ਼ਨਸ। ਤਾਂ ਪੁੱਛਿਆ ਜਾ ਸਕਦਾ ਕਿ ਨਿਊਟ੍ਰੀਸ਼ਨਸ ਹੁੰਦਾ ਕੀ ਹੈ ਰਾਜੇ, ਤੁਹਾਨੂੰ ਮੈਂ ਦੱਸਦਾ ਨਿਊਟ੍ਰੀਸ਼ਨ ਹੁੰਦਾ ਕੀ ਹੈ। ਨੈਕਸਟ ਆਪਾਂ ਦੇਖਦੇ ਹਾਂ। ਕਹਿੰਦਾ ਜੀ ਜੇ ਆਪਾਂ ਗੱਲ ਕਰੀਏ ਨਿਊਟ੍ਰੀਸ਼ਨ ਦੀ ਗੱਲ ਕਰੀਏ, ਜਿਹਨੂੰ ਆਪਾਂ ਕਹਿ ਦਿੰਦੇ ਆ ਪੌਸ਼ਟਿਕਤਾ ਕਹਿ ਦਿੰਦੇ ਆ, ਇਹਨਾਂ ਦੇ ਵਿੱਚ ਕੀ ਆ ਜੀ, ਆਪਣੇ ਜਿਹੜਾ ਸਰੀਰ ਹੈਗਾ, ਜਿਹੜਾ ਭੋਜਨ ਖਾਂਦਾ, ਸਰੀਰ ਦੇ ਵਾਧੇ ਵਾਸਤੇ, ਗਰੋਥ ਵਾਸਤੇ, ਡਿਵੈਲਪਮੈਂਟ ਵਾਸਤੇ, ਜੇ ਆਪਾਂ ਡੇਲੀ ਰੂਟੀਨ ਦੇ ਵਿੱਚ ਕੰਮ ਕਰਦੇ ਆ, ਕੰਮ ਕਾਰਜਾਂ ਵਾਸਤੇ, ਸਰੀਰ ਦੇ ਹਿੱਸਿਆਂ ਦੀ ਮੁਰੰਮਤ ਵਾਸਤੇ, ਮੰਨ ਲਓ ਕਿ ਸੱਟ ਵੱਜ ਗਈ ਹੈ, ਠੀਕ ਹੈ ਜੀ। ਇਸ ਤੋਂ ਇਲਾਵਾ ਇਹ ਭੋਜਨ ਦੀ ਆਪਾਂ ਵਰਤੋਂ ਕਰਦੇ ਆ ਆਪਣੀ એનર્ਜੀ ਵਾਸਤੇ। ਹੁਣ ਭੋਜਨ ਕਿਸ ਤਰ੍ਹਾਂ ਦਾ ਹੈਗਾ ਰਾਜੇ, ਹਰੇਕ ਬੰਦੇ ਦਾ ਡਿਪੈਂਡ ਕਰਦਾ, ਵੱਖਰਾ ਵੱਖਰਾ ਭੋਜਨ, ਕੋਈ ਵੈਜੀਟੇਬਲ ਭੋਜਨ ਯੂਜ਼ ਕਰਦਾ, ਕੋਈ ਨੌਨ ਵੈਜ ਯੂਜ਼ ਕਰ ਰਿਹਾ, ਤਾਂ ਉਹ ਡਿਪੈਂਡ ਕਰਦਾ। ਹੁਣ ਪੋਸ਼ਣ ਦਾ ਉਦੇਸ਼ ਕੀ ਹੈ ਰਾਜੇ, ਦਾ ਮੇਨ ਆਬਜੈਕਟਿਵ ਕੀ ਹੈ, ਬੇਸਿਕਲੀ ਆਪਣੇ ਸਰੀਰ ਜਿਹੜਾ ਸਰੀਰਕ ਤੇ ਮਾਨਸਿਕ ਵਿਕਾਸ ਵਾਸਤੇ, ਠੀਕ ਹੈ, ਦੋਨੇ ਵਾਸਤੇ, ਸਰੀਰਕ ਵੀ ਤੇ ਮਾਨਸਿਕ ਗਰੋਥ ਵਾਸਤੇ,
ਆਪਾਂ ਨੂੰ ਅਗਰ ਕੋਈ ਇਨਫੈਕਸ਼ਨ ਹੋ ਜਾਂਦੀ ਹੈ, ਕੋਈ ਬਿਮਾਰੀ ਹੋ ਜਾਂਦੀ ਹੈ, ਤਾਂ ਉਹਦੇ ਨਾਲ ਕੌਣ ਲੜਦਾ ਹੈ? ਆਪਣਾ ਸਰੀਰ ਹੀ ਲੜਦਾ ਨਾ। ਕੋਈ ਬਿਮਾਰੀ ਹੋ ਜਾਂਦੀ ਹੈ ਤਾਂ ਸਰੀਰ ਦੇ ਕੋਲੇ ਅਗਰ ਬੋਡੀ ਕੋਲੇ એનર્ਜੀ ਨਹੀਂ ਹੋਊਗੀ ਤਾਂ ਉਹ ਬਿਮਾਰੀਆਂ ਨਾਲ ਕਿਵੇਂ ਲੜੂਗੀ? ਠੀਕ ਹੈ। ਕੰਮ ਕਰਨ ਵਾਸਤੇ ਜੇ ਆਪਾਂ ਕੋਈ ਕੰਮ ਕਰਨਾ, ਜੇ ਆਪਾਂ ਮੰਨ ਲਓ ਭੁੱਖੇ ਆ ਨਾ, ਤਾਂ ਆਪਾਂ ਰੋਟੀ ਅਗਰ ਨਹੀਂ ਖਾਧੀ ਆਪਾਂ ਕੋਈ ਕੰਮ ਨਹੀਂ ਕਰ ਸਕਦੇ। ਜੇ ਤੁਹਾਨੂੰ ਕਹਿ ਦਈਏ ਪੜ੍ਹਨ ਵਾਸਤੇ ਵੀ ਕਹਿ ਦਈਏ, ਤੁਸੀਂ ਪੜ੍ਹ ਵੀ ਨਹੀਂ ਸਕਦੇ। ਫਿਜ਼ੀਕਲ ਕੰਮ ਤਾਂ ਬਹੁਤ ਦੂਰ ਦੀ ਗੱਲ ਹੈ। ਤਾਂ ਕਹਿਣ ਦਾ ਮਤਲਬ ਇਹ ਆਪਣੇ ਮਤਲਬ ਕਿ ਬੋਡੀ ਵਾਸਤੇ ਇੱਕ ਐਸੈਂਸ਼ੀਅਲ ਪਾਰਟ ਹੈ, ਆਪਣੀ ਬੋਡੀ ਵਾਸਤੇ ਬਹੁਤ ਜ਼ਰੂਰੀ ਹੈ। ਹੁਣ ਅਗਰ ਆਪਾਂ ਗੱਲ ਕਰੀਏ ਭੋਜਨ ਦਾ, ਮਤਲਬ ਕਿ ਆਪਾਂ ਭੋਜਨ ਨੂੰ ਵੰਡਣਾ ਹੈ, ਵਰਗੀਕਰਨ ਕਰਨਾ ਇਹਦਾ, ਠੀਕ ਹੈ ਜੀ, ਕੈਟਾਗਰੀਜ਼ ਦੇ ਵਿੱਚ ਵੰਡਣਾ, ਤਾਂ ਕਿਵੇਂ ਵੰਡ ਸਕਦੇ ਹਾਂ? ਬੇਸਿਕਲੀ ਅਗਰ ਆਪਾਂ ਵੈਸੇ ਗੱਲ ਕਰੀਏ ਡੇਲੀ ਰੂਟੀਨ ਦੇ ਵਿੱਚ, ਤਾਂ ਦੋ ਤਰ੍ਹਾਂ ਦਾ ਭੋਜਨ ਹੁੰਦਾ। ਇੱਕ ਹੁੰਦਾ ਸ਼ਾਕਾਹਾਰੀ, ਜਿਹਨੂੰ ਕਹਿ ਦਿੰਦੇ ਤੁਸੀਂ ਵੈਜੀਟੇਬਲ ਵੈਜ, ਤੇ ਇੱਕ ਹੁੰਦਾ ਜੀ ਨਾਨ ਵੈਜ, ਜਿਹਨੂੰ ਆਪਾਂ ਕਹਿੰਦੇ ਨੇ ਮਾਸਾਹਾਰੀ। ਹੁਣ ਜਿਹੜਾ ਭੋਜਨ ਆਪਾਂ ਪੌਦਿਆਂ ਤੋਂ ਲੈਂਦੇ ਆ ਉਹਨੂੰ ਕਹਿ ਦਿੰਦੇ ਆ ਸ਼ਾਕਾਹਾਰੀ, ਜਿਹੜਾ ਜਾਨਵਰਾਂ ਦੇ ਲੈਂਦੇ ਆਪਾਂ ਉਹਨੂੰ ਕਹਿ ਦਿੰਦੇ ਆ ਜੀ ਆਪਾਂ ਮਾਸਾਹਾਰੀ। ਚਲੋ ਜੀ, ਇਹ ਤਾਂ ਇੱਕ ਸਿੰਪਲ ਜੀ ਡੈਫੀਨੇਸ਼ਨ ਸੀਗੀ। ਇਸ ਤੋਂ ਇਲਾਵਾ ਜੇ ਅਗਰ ਮੈਂ ਭੋਜਨ ਨੂੰ ਵੰਡਣਾ ਹੋਵੇ ਦੂਸਰੀ ਕੈਟਾਗਰੀ ਦੇ ਵਿੱਚ, ਤਾਂ ਮੈਂ ਰਸਾਇਣਾਂ ਦੇ ਉੱਪਰ ਵੰਡ ਸਕਦਾ। ਰਸਾਇਣ ਕਿਹੜੇ ਕਿਹੜੇ ਹੁੰਦੇ? ਜਿਵੇਂ ਕਾਰਬੋਹਾਈਡਰੇਟ ਵਾਲੇ ਕਿਹੜੇ ਭੋਜਨ ਨੇ, ਪ੍ਰੋਟੀਨ ਵਾਲੇ ਕਿਹੜੇ ਭੋਜਨ ਨੇ, ਚਰਬੀ ਵਾਲੇ ਕਿਹੜੇ ਭੋਜਨ ਨੇ, ਵਿਟਾਮਿਨ ਵਾਲੇ ਕਿਹੜੇ ਭੋਜਨ ਨੇ, ਖਣਿਜ ਵਾਲੇ ਮਿਨਰਲਸ ਵਾਲੇ ਕਿਹੜੇ ਭੋਜਨ ਨੇ। ਤਾਂ ਇਹਦੇ ਉੱਪਰ ਵੀ ਆਪਾਂ ਕੀ ਕਰ ਸਕਦੇ, ਇਹਨੂੰ ਕੈਟਾਗਰੀਜ਼ ਦੇ ਵਿੱਚ ਡਿਵਾਈਡ ਕਰ ਸਕਦੇ ਆ ਆਪਣੇ ਫੂਡ ਨੂੰ। ਤਾਂ ਹੁਣ ਕੁਐਸਚਨ ਇਸ ਤਰ੍ਹਾਂ ਵੀ ਆ ਸਕਦਾ ਹੈ ਵੀ ਹੇਠ ਲਿਖਿਆਂ ਵਿੱਚੋਂ ਕਿਹੜੇ ਭੋਜਨ ਊਰਜਾ ਪ੍ਰਦਾਨ ਕਰਦੇ, ਆਪਾਂ ਨੂੰ એનર્ਜੀ ਪ੍ਰਦਾਨ ਕਰਦੇ, ਜ਼ਿਆਦਾ એનર્ਜੀ ਪ੍ਰਦਾਨ ਕਰਦੇ ਆ? ਜਿਹੜਾ ਕਾਰਬੋਹਾਈਡਰੇਟ ਹੁੰਦਾ ਰਾਜੇ, ਜਾਂ ਫਿਰ ਆਪਣਾ ਫੈਟੀ ਜਿਹੜੇ ਭੋਜਨ ਹੁੰਦੇ ਆ, ਸਭ ਤੋਂ ਵੱਧ ਕੀ ਕਰਦੇ, ਆਪਾਂ ਨੂੰ એનર્ਜੀ ਪ੍ਰੋਵਾਈਡ ਕਰਦੇ ਆ। ਇਹ ਕੁਐਸਚਨ ਦਾ ਆਨਸਰ ਤੁਸੀਂ ਕਰ ਸਕਦੇ ਹੋ, ਲੇਕਿਨ ਆਫਟਰ ਵਾਚਿੰਗ ਦਿਸ ਵੀਡੀਓ, ਇਹ ਵੀਡੀਓ ਦੇਖਣ ਤੋਂ ਬਾਅਦ। ਠੀਕ ਹੈ ਜੀ। ਅੱਗੇ ਆਪਾਂ ਪੜ੍ਹਦੇ ਹਾਂ ਹੁਣ ਭੋਜਨ ਬਾਰੇ, ਕਾਰਬੋਹਾਈਡਰੇਟ ਬਾਰੇ ਪੜਾਂਗੇ, ਚਰਬੀ ਬਾਰੇ ਪੜਾਂਗੇ, ਪ੍ਰੋਟੀਨ ਬਾਰੇ ਪੜਾਂਗੇ, ਵਿਟਾਮਿਨ ਬਾਰੇ ਪੜਾਂਗੇ। ਅੱਗੇ ਪੜ੍ਹਦੇ ਹਾਂ ਆਪਾਂ। ਹੁਣ ਕਹਿੰਦਾ ਜੀ ਆ ਦੇਖੋ ਵੱਖਰਾ ਵੱਖਰਾ ਭੋਜਨ ਆ, ਇਹ ਐਗ ਨੇ, ਠੀਕ ਹੈ ਜੀ, ਆ ਕੋਈ ਨੌਨ ਵੈਜ ਪਿਆ, ਠੀਕ ਹੈ ਜੀ, ਬਨਾਨਾਸ ਪਏ ਨੇ, ਫੁੱਲ ਗੋਭੀ ਪੱਤ ਗੋਭੀ ਪਿਆ ਹੋਇਆ, ਬ੍ਰੈਡ ਪਈ ਹੋਈ ਹੈ, ਚਾਵਲ ਪਏ ਹੋਏ ਆ। ਤਾਂ ਵੱਖਰਾ ਵੱਖਰਾ ਭੋਜਨ ਹੁੰਦਾ ਹੈ। ਤਾਂ ਹੁਣ ਆਪਣੇ ਕੋਲ ਜਿਵੇਂ ਜੇ ਆਪਾਂ ਗੱਲ ਕਰੀਏ ਆਪਣੇ ਕੰਮਾਂ ਦੇ ਉੱਪਰ ਡਿਪੈਂਡ ਕਰਦਾ ਹੈ ਭੋਜਨ ਦਾ ਵਰਗੀਕਰਨ। ਜਿਵੇਂ ਕੈਟਾਗਰੀਜ਼ ਦੇ ਵਿੱਚ ਵੰਡ ਸਕਦੇ ਆ। ਜਿਹੜੇ ਊਰਜਾ ਸਪਲਾਈ ਕਰਦੇ ਭੋਜਨ ਉਹ ਕਿਹੜੇ ਹੁੰਦੇ? ਜਿਵੇਂ ਅਨਾਜ ਹੋ ਗਿਆ, ਆਪਣੀ ਕਣਕ ਹੋ ਗਈ, ਠੀਕ ਹੈ, ਚਾਵਲ ਹੋ ਗਏ, ਸ਼ੱਕਰ ਵਾਲੇ, ਠੀਕ ਹੈ, ਜਿਹਨੂੰ ਆਪਾਂ ਕਹਿ ਦਿੰਦੇ ਆ ਸ਼ੂਗਰ ਵਾਲੇ, ਚਰਬੀ ਵਾਲੇ, ਤੇਲ ਵਾਲੇ ਭੋਜਨ ਹੋ ਗਏ। ਸਰੀਰ ਬਣਾਉਣ ਵਾਲੇ ਭੋਜਨ ਮਤਲਬ ਕਿ ਫੈਟ ਵਾਸਤੇ ਦੁੱਧ ਹੋ ਗਿਆ, ਮੀਟ ਹੋ ਗਿਆ, ਪੋਲਟਰੀ ਹੋ ਗਿਆ, ਮਤਲਬ ਪੋਲਟਰੀ ਮੀਟ ਹੋ ਗਿਆ, ਅੰਡੇ, ਮੱਛੀ, ਦਾਲ, ਮੂੰਗਫਲੀ, ਇਹ ਸਾਰੇ ਕੀ ਆ? ਸਰੀਰ ਬਣਾਉਣ ਵਾਲੇ ਭੋਜਨ ਹੁੰਦੇ ਆ। ਤਾਂ ਇਹ ਬਹੁਤ ਸਿੰਪਲ ਜੀਆਂ ਗੱਲਾਂ ਤੁਹਾਨੂੰ ਯਾਦ ਰੱਖਣੀਆਂ। ਇਸ ਤੋਂ ਇਲਾਵਾ ਸਰੋਤਾਂ ਵਾਲੇ ਭੋਜਨ ਕਿਹੜੇ ਹੋ ਗਏ? ਅਲੱਗ-ਅਲੱਗ ਸਰੋਤ, ਜਿਵੇਂ ਅਨਾਜ ਹੋ ਗਿਆ, ਬਾਜਰਾ ਹੋ ਗਿਆ, ਫਲੀਆਂ, ਦਾਲਾਂ ਹੋ ਗਈਆਂ, ਹਰੀਆਂ ਸਬਜ਼ੀਆਂ ਹੋ ਗਈਆਂ, ਫਲ ਹੋ ਗਏ, ਮੀਟ, ਮੱਛੀ, ਅੰਡੇ ਹੋ ਗਏ, ਦੁੱਧ ਹੋ ਗਏ। ਤਾਂ ਇਸ ਤਰ੍ਹਾਂ ਆਪਾਂ ਭੋਜਨ ਨੂੰ ਵੱਖਰੀ ਕੈਟਾਗਰੀਜ਼ ਦੇ ਵਿੱਚ ਡਿਵਾਈਡ ਕਰ ਸਕਦੇ ਹਾਂ। ਹੁਣ ਆਪਾਂ ਪੌਸ਼ਟਿਕ ਤੱਤ ਦੇ ਬਾਰੇ ਪੜ੍ਹਦੇ ਹਾਂ ਵੀ ਪੌਸ਼ਟਿਕ ਤੱਤ ਹੁੰਦਾ ਕੀ ਹੈ। ਕਹਿੰਦਾ ਜੀ ਇੱਕ ਪਦਾਰਥ ਜਿਸ ਦੀ ਜ਼ਰੂਰਤ ਕੀ ਹੈ ਜੀ? ਜੀਵਤ ਚੀਜ਼ਾਂ ਨੂੰ ਜਿੰਦਾ ਰੱਖਣ ਵਾਸਤੇ ਅਤੇ ਇਸ ਦੇ ਵਧਣ ਵਿੱਚ ਸਹਾਇਤਾ ਕਰਦੀ ਹੈ। ਹੁਣ ਪੌਸ਼ਟਿਕ ਤੱਤ ਕੀ ਹੈ ਜੀ? ਆਪਣੇ ਬੋਡੀ ਦੇ ਅੰਦਰ ਜਿਹੜੀ ਗਰੋਥ ਹੁੰਦੀ ਹੈ ਉਹਦੇ ਵਾਸਤੇ ਬਹੁਤ ਜ਼ਿਆਦਾ ਜ਼ਰੂਰੀ ਹੈ। ਇਸ ਤੋਂ ਇਲਾਵਾ ਕਹਿੰਦਾ ਜੀ ਭੋਜਨ ਤੋਂ ਪ੍ਰਾਪਤ ਉਪਯੋਗੀ ਰਸਾਇਣਿਕ ਪਦਾਰਥਾਂ ਨੂੰ ਪੌਸ਼ਟਿਕ ਤੱਤ ਕਹਿੰਦੇ ਆ। ਹੁਣ ਜਿੰਨੇ ਵੀ ਪੌਸ਼ਟਿਕ ਤੱਤ ਹੈਗੇ ਰਾਜੇ ਆਪਾਂ ਨੂੰ ਫੂਡ ਤੋਂ ਮਿਲਣਗੇ, ਪਰ ਉਹ ਡਿਪੈਂਡ ਕਰਦਾ ਵੀ ਵੱਖਰੇ ਫੂਡ ਦੇ ਵਿੱਚ ਵੱਖਰੇ ਕੀ ਹੁੰਦੇ ਨੇ? ਨਿਊਟ੍ਰੀਐਂਟਸ ਹੁੰਦੇ ਨੇ। ਕਹਿੰਦਾ ਜੀ ਜੋ ਊਰਜਾ ਪ੍ਰਦਾਨ ਕਰਦਾ ਹੈ, ਜਿਹੜਾ ਨਿਊਟ੍ਰੀਐਂਟਸ ਹੁੰਦਾ ਉਹ ਆਪਣੇ ਸਰੀਰ ਨੂੰ ਊਰਜਾ ਪ੍ਰਦਾਨ ਕਰਦਾ ਹੈ, ਚੰਗੀ ਤਰ੍ਹਾਂ ਵਿਕਾਸ ਕਰਨ ਵਿੱਚ, ਟਿਸ਼ੂਆਂ ਨੂੰ ਸੁਧਾਰਨ, ਵਿਕਾਸ ਤੇ ਮੁਰੰਮਤ ਵਿੱਚ ਕੀ ਕਰਦਾ? ਸਹਾਇਤਾ ਕਰਦਾ ਹੈ। ਚਲੋ ਇਹ ਤੁਹਾਨੂੰ ਮੈਂ ਦੱਸ ਚੁੱਕਿਆ। ਹੁਣ ਇੱਥੋਂ ਟੈਕਨੀਕਲ ਪਾਰਟ ਸਟਾਰਟ ਹੁੰਦਾ ਆਪਣਾ ਵੀ ਜਿਹੜੇ ਪੌਸ਼ਟਿਕ ਤੱਤ ਹੁੰਦੇ ਰਾਜੇ, ਇਹਨਾਂ ਨੂੰ ਦੋ ਹਿੱਸਿਆਂ ਦੇ ਵਿੱਚ ਵੰਡਿਆ ਜਾਂਦਾ ਰਾਜੇ। ਇੱਕ ਹੁੰਦਾ ਜੀ ਮੈਕਰੋ, ਇਹਨੂੰ ਅੰਗਰੇਜ਼ੀ 'ਚ ਅਗਰ ਆਪਾਂ ਲਿਖਾਂਗੇ ਤਾਂ ਸਪੈਲਿੰਗ ਹੁੰਦੀ ਹੈ MACRO ਮੈਕਰੋ। ਇੱਕ ਹੁੰਦਾ ਮਾਈਕਰੋ, MICRO। ਮੈਕਰੋ ਦਾ ਮਤਲਬ ਹੁੰਦਾ ਬਹੁਤ ਵੱਡਾ, ਮੈਕਰੋ ਮਤਲਬ ਹੁੰਦਾ ਵੱਡੇ ਕਾਰ ਵਾਲਾ, ਵੱਡਾ ਕਹਿ ਲਓ, ਠੀਕ ਹੈ ਜੀ। ਮਾਈਕਰੋ ਹੁੰਦਾ ਬਹੁਤ ਛੋਟਾ, ਛੋਟੇ ਕਾਰ ਵਾਲਾ ਕਹਿ ਲਓ, ਠੀਕ ਹੈ ਜੀ। ਛੋਟਾ ਕਾਰ ਜਾਂ ਵੱਡਾ ਕਾਰ ਲਿਖ ਸਕਦੇ ਤੁਸੀਂ, ਠੀਕ ਹੈ ਜੀ। ਕਿਸੇ ਚੀਜ਼ ਨੂੰ ਅਗਰ ਕੈਟਾਗਰਾਈਜ਼ ਕਰਨਾ ਹੈ ਤਾਂ ਇਹਨੂੰ ਵੱਡਾ ਜਾਂ ਛੋਟੇ ਕੈਟਾਗਰੀ ਦੇ ਵਿੱਚ ਆਪਾਂ ਵੰਡ ਸਕਦੇ ਹਾਂ। ਤਾਂ ਇਸ ਤਰ੍ਹਾਂ ਆਪਾਂ ਜਿਹੜੇ ਨਿਊਟ੍ਰੀਐਂਟਸ ਹੈਗੇ ਨੇ, ਪੌਸ਼ਟਿਕ ਤੱਤ ਹੈਗੇ ਨੇ, ਇਹਨੂੰ ਦੋ ਭਾਗਾਂ ਵਿੱਚ ਵੰਡਦੇ ਆ, ਮੈਕਰੋ ਤੇ ਮਾਈਕਰੋ, ਠੀਕ ਹੈ। ਹੁਣ ਕਹਿੰਦਾ ਜੀ ਜਿਹੜੇ ਜ਼ਿਆਦਾਤਰ ਭੋਜਨ ਹੁੰਦੇ ਉਹਦੇ ਵਿੱਚ ਇੱਕ ਤੋਂ ਵੱਧ ਪੌਸ਼ਟਿਕ ਤੱਤ ਹੋ ਸਕਦੇ ਆ। ਹੁਣ ਇਹ ਨਹੀਂ ਹੈਗਾ ਵੀ ਕਿਸੇ ਵਿੱਚ ਕੱਲਾ ਆਪਾਂ ਨੂੰ ਕਾਰਬੋਹਾਈਡਰੇਟ ਹੀ ਮਿਲੂਗਾ, ਕੱਲੀ ਚਰਬੀ ਹੀ ਮਿਲੂਗੀ, ਫੈਟੀ ਮਿਲਣਗੇ, ਫੈਟੀ ਐਸਿਡ ਮਿਲਣਗੇ। ਇੱਕ ਤੋਂ ਵੱਧ ਪੌਸ਼ਟਿਕ ਤੱਤ ਵੀ ਹੋ ਸਕਦੇ ਆ ਇੱਕ ਭੋਜਨ ਦੇ ਵਿੱਚ। ਤਾਂ ਆਪਾਂ ਦੇਖਦੇ ਹਾਂ ਜੀ, ਹੁਣ ਆਪਾਂ ਪੜ੍ਹਦੇ ਆ ਮੈਕਰੋ ਕਿਹੜੇ ਨੇ ਤੇ ਮਾਈਕਰੋ ਕਿਹੜੇ ਨੇ। ਤਾਂ ਆਪਾਂ ਗੱਲ ਕਰਦੇ ਆ ਮਾਈਕਰੋ ਨਿਊਟ੍ਰੀਐਂਟਸ ਦੀ। ਮਾਈਕਰੋ ਨਿਊਟ੍ਰੀਐਂਟਸ ਕੀ ਹੋ ਗਿਆ ਰਾਜੇ? ਕਹਿੰਦਾ ਜੀ ਇਹ ਮਾਈਕਰੋ ਨਿਊਟ੍ਰੀਐਂਟਸ ਪੌਸ਼ਟਿਕ ਤੱਤ ਹੁੰਦੇ ਹਨ ਜਿਨ੍ਹਾਂ ਦੀ ਲੋਕਾਂ ਨੂੰ ਵੱਡੀ ਮਾਤਰਾ ਵਿੱਚ ਲੋੜ ਹੁੰਦੀ ਹੈ। ਤਾਂ ਤੁਹਾਨੂੰ ਮੈਂ ਨਾਂ ਦੱਸਿਆ, ਪਹਿਲਾਂ ਹੀ ਦੱਸਤਾ। ਦੇਖੋ ਮੈਕਰੋ ਦਾ ਮਤਲਬ ਵੱਡਾ, ਜਿਹਦੀ ਜ਼ਰੂਰਤ ਆਪਾਂ ਨੂੰ ਜ਼ਿਆਦਾ ਹੈ ਬੋਡੀ ਨੂੰ, ਉਹਨੂੰ ਆਪਾਂ ਕਹਿ ਦਾਂਗੇ ਮੈਕਰੋ ਨਿਊਟ੍ਰੀਐਂਟਸ। ਹੁਣ ਕਿਹੜੇ ਨੇ ਆਪਣੇ ਬੋਡੀ ਵਾਸਤੇ ਮੈਕਰੋ ਨਿਊਟ੍ਰੀਐਂਟਸ, ਉਹ ਪੜ੍ਹਦੇ ਆਪਾਂ। ਕਹਿੰਦਾ
ਇਹ ਪ੍ਰੋਟੀਨ ਹੋ ਗਿਆ, ਚਰਬੀ ਹੋ ਗਈ ਤੇ ਕਾਰਬੋਹਾਈਡਰੇਟ। ਇਹ ਯਾਦ ਰੱਖਣਾ, ਤੁਹਾਨੂੰ ਕੁਐਸਚਨ ਇਸ ਤਰ੍ਹਾਂ ਆ ਸਕਦਾ ਵੀ ਜਿਹੜਾ ਕਾਰਬੋਹਾਈਡਰੇਟ ਹੈ ਉਹ ਕਿਹੜੀ ਕੈਟਾਗਰੀ ਦੇ ਵਿੱਚ ਆਉਂਦਾ ਹੈ, ਮੈਕਰੋ ਚ ਆਉਂਦਾ ਹੈ ਜਾਂ ਮਾਈਕਰੋ ਚ ਆਉਂਦਾ ਹੈ। ਤਾਂ ਆਪਣੇ ਸਰੀਰ ਨੂੰ ਮੇਨ ਪ੍ਰੋਟੀਨ, ਫੈਟ ਜਿਹਨੂੰ ਕਹਿ ਦਿੰਦੇ ਆਪਾਂ ਚਰਬੀ, ਠੀਕ ਹੈ ਜੀ, ਤੇ ਕਾਰਬੋਹਾਈਡਰੇਟ, ਇਹ ਆਪਾਂ ਨੂੰ ਜ਼ਿਆਦਾ ਚਾਹੀਦੇ ਆ, ਜ਼ਿਆਦਾ ਮਾਤਰਾ ਵਿੱਚ ਚਾਹੀਦੇ ਆ। ਤਾਂ ਇਹਨਾਂ ਨੂੰ ਕਿਹੜੀ ਕੈਟਾਗਰੀ ਚ ਰੱਖਿਆ ਗਿਆ ਰਾਜੇ, ਮੈਕਰੋ ਦੀ ਕੈਟਾਗਰੀ ਚ ਰੱਖਿਆ ਗਿਆ। ਕਹਿੰਦਾ ਜੀ ਇਹ ਕਾਰਬੋਹਾਈਡਰੇਟ ਹੁੰਦੇ ਹਨ ਜਿਨ੍ਹਾਂ ਨੂੰ ਅਕਸਰ ਪ੍ਰੋਕਸੀਟ ਸਿਧਾਂਤ ਕਿਹਾ ਜਾਂਦਾ ਹੈ ਕਿਉਂਕਿ ਉਹ ਭੋਜਨ ਦਾ ਮੁੱਖ ਹਿੱਸਾ ਬਣਦੇ ਹਨ। ਠੀਕ ਹੈ ਜੀ। ਮੈਕਰੋ ਨਿਊਟ੍ਰੀਐਂਟਸ ਕਹਿੰਦਾ ਜੀ ਪੌਸ਼ਟਿਕ ਤੱਤ ਹਨ ਜੋ ਕਿ ਕੈਲਰੀ ਜਾਂ ਊਰਜਾ ਪ੍ਰਦਾਨ ਕਰਦੇ ਨੇ। ਸਭ ਤੋਂ ਜ਼ਿਆਦਾ ਆਪਣੀ ਬੋਡੀ ਨੂੰ ਕੀ ਕਰਦੇ ਆ, ਊਰਜਾ ਪ੍ਰਦਾਨ ਕਰਦੇ ਆ। ਸਰੀਰ ਦੇ ਕਾਰਜਾਂ ਨੂੰ ਕਾਇਮ ਰੱਖਣ ਅਤੇ ਰੋਜ਼ਾਨਾ ਜ਼ਿੰਦਗੀ ਦੀ ਗਤੀਵਿਧੀਆਂ ਨੂੰ ਪੂਰਾ ਕਰਨ ਵਿੱਚ ਕੀ ਕਰਦੇ ਨੇ, ਬਹੁਤ ਜ਼ਿਆਦਾ ਸਹਾਈ ਹੁੰਦੇ ਨੇ। ਹੁਣ ਇਹਦੇ ਵਿੱਚ ਆਪਾਂ ਪੜ੍ਹਨੇ ਨੇ, ਪ੍ਰੋਟੀਨ ਪੜ੍ਹਨੇ ਆ, ਕਾਰਬੋਹਾਈਡਰੇਟ ਪੜ੍ਹਨਾ ਤੇ ਚਰਬੀ ਪੜ੍ਹਨੀ ਆ। ਤਾਂ ਪੜ੍ਹਦੇ ਆ ਜੀ ਆਪਾਂ ਕਿਹੜੇ ਕਿਹੜੇ ਹੁੰਦੇ ਆ। ਤਾਂ ਕਾਰਬੋਹਾਈਡਰੇਟ ਪਹਿਲਾਂ ਆਪਾਂ ਪੜ੍ਹਦੇ ਆ ਨੰਬਰ 1 ਤੇ ਕਾਰਬੋਹਾਈਡਰੇਟ ਬਾਰੇ। ਤਾਂ ਭੋਜਨ ਦਾ ਜਿਹੜਾ ਮੁੱਖ ਹਿੱਸਾ ਹੁੰਦਾ ਰਾਜੇ, ਮੁੱਖ ਸਰੋਤ ਕਿਹੜਾ ਹੈਗਾ, ਕਾਰਬੋਹਾਈਡਰੇਟ ਹੁੰਦਾ। ਹੁਣ ਕਾਰਬੋਹਾਈਡਰੇਟ ਦੇ ਵਿੱਚ ਮੁੱਖ ਤੌਰ ਤੇ ਹੁੰਦਾ ਕੀ, ਆਪਣੇ ਕੋਲੇ ਸ਼ੂਗਰ ਹੁੰਦੀ ਹੈ ਤੇ ਸਟਾਰਚ ਵਾਲੇ ਭੋਜਨ ਹੁੰਦੇ ਨੇ ਜੋ ਕਿ ਸਰੀਰ ਦੇ ਵਿੱਚ ਕੀ ਕਰਦੇ ਨੇ, ਗਲੂਕੋਜ਼ ਦੇ ਰਾਹੀਂ ਕੀ ਹੈ ਆਪਣੇ ਸਰੀਰ ਦੇ ਵਿੱਚ ਟੁੱਟਦਾ ਹੈ। ਹੁਣ ਮੈਂ ਤੁਹਾਨੂੰ ਪ੍ਰੋਪਰਲੀ ਉਹ ਨਹੀਂ ਕਰਾਉਂਗਾ ਵੀ ਪੂਰਾ ਪ੍ਰੋਸੈਸ ਵੀ ਕਿਵੇਂ ਭੋਜਨ ਟੁੱਟਦਾ ਹੈ, ਕਿਵੇਂ ਉਹ ਤੋਂ ਗਲੂਕੋਜ਼ ਬਣਦਾ ਹੈ, ਕਿਵੇਂ ਵੇਸਟੇਜ ਜਾਂਦੀ ਹੈ, ਉਹ ਆਪਣੇ ਸਿਲੇਬਸ ਦੇ ਵਿੱਚ ਨਹੀਂ ਹੈਗਾ। ਤੁਸੀਂ ਦਿਮਾਗ 'ਚ ਇਹ ਗੱਲ ਰੱਖਣੀ ਹੈ ਵੀ ਜਿਵੇਂ ਸ਼ੂਗਰ ਤੇ ਸਟਾਰਚ ਹੁੰਦਾ ਤੇ ਆਪਣੇ ਸਰੀਰ ਨੂੰ ਕਹਿੰਦਾ ਗਲੂਕੋਜ਼ ਦੇ ਵਿੱਚ ਤੋੜਦਾ। ਜਿਹੜੇ ਇਹ ਡਾਇਰੈਕਟ ਆਪਾਂ ਆਪਣੀ ਬੋਡੀ ਇਹਨੂੰ ਮਤਲਬ ਕਿ ਨਹੀਂ ਪਚਾ ਸਕਦੀ, ਤਾਂ ਗਲੂਕੋਜ਼ ਦੀ ਫਾਰਮ ਦੇ ਵਿੱਚ ਕੀ ਹੈ, ਇਹਨੂੰ ਸਰੀਰ ਆਪਣੇ ਆਪ ਕੀ ਕਰ ਲੈਂਦਾ, ਤੋੜ ਲੈਂਦਾ ਹੈ। ਖਾਣ ਦੀ ਜਿਹੜੀ ਪ੍ਰਕਿਰਿਆ ਹੁੰਦੀ ਉਹਦੇ ਵਿੱਚ ਇਹ ਚੀਜ਼ਾਂ ਹੁੰਦੀਆਂ। ਹੁਣ ਕੰਮ ਕੀ ਕਰਦਾ ਰਾਜੇ, ਕਹਿੰਦਾ ਸਰੀਰ ਦੇ ਵਿੱਚ ਊਰਜਾ ਉਤਪਾਦਨ ਕਰਦਾ ਹੈ। ਲਾਭਦਾਇਕ ਬੈਕਟੀਰੀਆ ਜਿਹੜੇ ਹੁਣ ਬਿਮਾਰੀਆਂ ਨਾਲ ਲੜਦੇ, ਆਪਣੀ ਬੋਡੀ ਨਾਲ ਬੈਕਟੀਰੀਆ ਲੜਦੇ ਆ, ਉਹਨਾਂ ਨੂੰ ਕੀ ਕਰਦਾ ਹੈ, ਉਹਨਾਂ ਦੇ ਵਿੱਚ ਵਾਧਾ ਕਰਦਾ ਹੈ। ਕਬਜ਼ ਦੀ ਰੋਕਥਾਮ ਵਾਸਤੇ ਜਾਂ ਪ੍ਰੋਪਰ ਬੋਡੀ ਨੂੰ ਬੈਲੈਂਸਡ ਇੱਕ ਡਾਈਟ ਪ੍ਰਦਾਨ ਕਰਨ ਵਾਸਤੇ ਕਾਰਬੋਹਾਈਡਰੇਟ ਬਹੁਤ ਜ਼ਰੂਰੀ ਹੈ। ਨੈਕਸਟ ਅਗਰ ਆਪਾਂ ਦੇਖੀਏ ਵੀ ਮਿਲਦਾ ਕਿੱਥੋਂ ਆ ਕਾਰਬੋਹਾਈਡਰੇਟ, ਜੇ ਮੈਂ ਸਟਾਰਚ ਦੀ ਗੱਲ ਕਰਾਂ, ਸਟਾਰਚ ਦਾ ਮਤਲਬ ਹੁੰਦਾ ਜਿਵੇਂ ਆਪਾਂ ਰੋਟੀ ਖਾਂਦੇ ਆ, ਚੌਲ ਖਾਂਦੇ ਆ, ਠੀਕ ਹੈ। ਜਿਵੇਂ ਆਪਾਂ ਕਹਿ ਦਿੰਦੇ ਆ ਵੀ ਜਿਹੜੇ ਕਣਕ ਦਾ ਆਟਾ ਹੁੰਦਾ ਉਹਦੇ ਵਿੱਚ ਕੀ ਹੁੰਦਾ, ਆਪਣੇ ਕੋਲੇ ਵੱਧ ਮਾਤਰਾ ਦੇ ਵਿੱਚ ਕੀ ਹੁੰਦਾ, ਗਲੂਟਨ ਹੁੰਦਾ ਹੈ। ਗਲੂਟਨ ਕੀ ਹੈ, ਬੇਸਿਕਲੀ ਇੱਕ ਤਰ੍ਹਾਂ ਦਾ ਸਟਾਰਚ ਹੈ। ਆਲੂ ਹੋ ਗਿਆ, ਮੱਕੀ ਹੋ ਗਈ, ਮਟਰ ਹੋ ਗਿਆ, ਇਹਦੇ ਵਿੱਚ ਬਹੁਤ ਜ਼ਿਆਦਾ ਮਾਤਰਾ 'ਚ ਕੀ ਹੁੰਦਾ, ਸਟਾਰਚ ਹੁੰਦਾ ਹੈ। ਹੁਣ ਜੇ ਸ਼ੱਕਰ ਦੀ ਗੱਲ ਕਰੀਏ, ਚੀਨੀ ਖਾਂਦੇ ਆਪਾਂ, ਗੁੜ ਖਾਂਦੇ ਆ, ਗੁੜ 'ਚ ਵੈਸੇ ਘੱਟ ਹੁੰਦਾ, ਜ਼ਿਆਦਾ ਖੰਡ 'ਚ ਹੁੰਦਾ। ਸ਼ਹਿਦ ਹੋ ਗਿਆ, ਗਲੂਕੋਜ਼ ਹੋ ਗਿਆ, ਇਹਨਾਂ ਸਾਰਿਆਂ ਦੇ ਵਿੱਚ ਕੀ ਹੋਊਗਾ, ਸ਼ੂਗਰ ਵਾਲਾ ਹੋਊਗਾ। ਇਹ ਤਿੰਨੇ ਕੀ ਹੈ, ਕਾਰਬੋਹਾਈਡਰੇਟ ਨੇ। ਹੁਣ ਸੂਲੂਲੋਜ਼ ਬੇਸਿਕਲੀ ਕੀ ਹੈ, ਸੂਲੂਲੋਜ਼ ਬੇਸਿਕਲੀ ਕੀ ਹੁੰਦਾ ਜੀ, ਇਹ ਇੱਕ ਤਰ੍ਹਾਂ ਦਾ ਨਾ ਪੌਦਿਆਂ ਵਿੱਚ ਪਾਇਆ ਜਾਂਦਾ ਹੈ। ਪੌਦਿਆਂ ਦੇ ਵਿੱਚ ਇੱਕ ਹੁੰਦੀ ਪਲਾਂਟ ਸੈੱਲ ਹੁੰਦੀ ਹੈ। ਪੌਦਿਆਂ ਵਿੱਚ ਕੀ ਹੁੰਦੀ, ਇੱਕ ਪਲਾਂਟ ਸੈੱਲ ਹੁੰਦੀ ਹੈ ਜਿਹੜੇ ਪੌਦੇ ਨੂੰ ਖੜਾ ਸਖਤ ਕਰਨ ਦੇ ਵਿੱਚ ਮਦਦ ਕਰਦੀ ਹੈ। ਹੁਣ ਪੌਦਾ ਤੁਸੀਂ ਦੇਖਿਆ ਹੋਊਗਾ, ਜਿਹੜੇ ਦਰਖਤ ਹੋਣਗੇ ਉਹ ਸਖਤ ਹੁੰਦੇ ਆ, ਠੀਕ ਹੈ, ਸਖਤ ਹੁੰਦੇ ਆ। ਤਾਂ ਉਵੇਂ ਰਾਜੇ ਜਿਹੜਾ ਸੂਲੂਲੋਜ਼ ਹੁੰਦਾ ਉਹ ਪੌਦਿਆਂ ਵਿੱਚ ਤਾਂ ਜ਼ਿਆਦਾ ਮਾਤਰਾ ਵਿੱਚ ਹੁੰਦਾ, ਲੇਕਿਨ ਆਪਣੇ ਭੋਜਨ ਦੇ ਵਿੱਚ ਵੀ ਹੁੰਦਾ, ਉਹ ਮੌਜੂਦ ਹੁੰਦਾ, ਪਰ ਉਹਨੂੰ ਆਪਣਾ ਜਿਹੜਾ ਬੋਡੀ ਹੁੰਦੀ ਆ ਉਹ ਡਾਇਰੈਕਟ ਕੰਜ਼ਿਊਮ ਨਹੀਂ ਕਰ ਸਕਦੀ, ਹਜਮ ਨਹੀਂ ਕਰ ਸਕਦੀ। ਤਾਂ ਇਹਨੂੰ ਹੌਲੀ ਮਤਲਬ ਕਿ ਫਾਈਬਰ ਦੇ ਰੂਪ ਦੇ ਵਿੱਚ ਆਪਣਾ ਸਰੀਰ ਕੀ ਕਰਦਾ, ਲੈਂਦਾ। ਤਾਂ ਕਹਿੰਦਾ ਜੀ ਮਨੁੱਖ ਸੂਲੂਲੋਜ਼ ਨੂੰ ਹਜਮ ਨਹੀਂ ਕਰ ਸਕਦਾ, ਪਰੰਤੂ ਫਾਈਬਰ ਦੇ ਰੂਪ ਦੇ ਵਿੱਚ ਇਹ ਆਪਣੀ ਡਾਈਟ ਦੇ ਵਿੱਚ ਇੱਕ ਮਹੱਤਵਪੂਰਨ ਖੁਰਾਕ ਹੈਗੀ ਹੈ। ਤਾਂ ਇਹ ਸਾਰੀ ਗੱਲਬਾਤ ਸੀਗੀ ਜੀ ਕਾਰਬੋਹਾਈਡਰੇਟ ਬਾਰੇ। ਤੁਹਾਨੂੰ ਆਈ ਹੋਪ ਸਮਝ ਲੱਗ ਗਿਆ ਹੋਊਗਾ ਕਾਰਬੋਹਾਈਡਰੇਟ ਹੁੰਦਾ ਕੀ ਹੈ। ਹੁਣ ਨੈਕਸਟ ਆਪਾਂ ਪੜ੍ਹਦੇ ਹਾਂ ਜੀ ਪ੍ਰੋਟੀਨ। ਜਿੰਨਾ ਕਿ ਤੁਹਾਨੂੰ ਜ਼ਰੂਰਤ ਹੈ ਕਿ ਰਾਜੇ ਮੈਂ ਉਨਾ ਹੀ ਪੜ੍ਹਾ ਰਿਹਾ, ਵੈਸੇ ਪੜ੍ਹਨ ਨੂੰ ਤਾਂ ਜਿੰਨਾ ਮਰਜ਼ੀ ਪੜ੍ਹ ਲਓ, ਇਹਦੇ ਉੱਪਰ ਇਹ ਚੀਜ਼ ਖਤਮ ਨਹੀਂ ਹੋਣ ਵਾਲੀ, ਬਟ ਆਪਾਂ ਐਗਜ਼ਾਮ ਪੁਆਇੰਟ ਆਫ ਵਿਊ ਤੋਂ ਪੜ੍ਹਨਾ ਜਿੰਨਾ ਕਿ ਤੁਹਾਡਾ ਲੈਵਲ ਆਊਗਾ। ਹੁਣ ਪ੍ਰੋਟੀਨ ਦੀ ਗੱਲ ਕਰੀਏ ਰਾਜੇ, ਪ੍ਰੋਟੀਨ ਜਿਹੜੇ ਸਰੀਰ ਦੇ ਅੰਗ ਹੁੰਦੇ ਆ, ਜਾਂ ਮਾਸਪੇਸ਼ੀਆਂ ਹੁੰਦੀਆਂ, ਜਾਂ ਦਿਮਾਗ ਆਪਣਾ ਜਿਹੜਾ ਹੈਗਾ, ਜਾਂ ਆਪਣਾ ਜਿਹੜਾ ਖੂਨ ਹੈ, ਚਮੜੀ, ਆਪਣੇ ਨਹੁੰ, ਆਪਣੇ ਵਾਲ, ਆਪਣੀਆਂ ਹੱਡੀਆਂ, ਇਹ ਸਾਰਿਆਂ ਦੇ ਨਿਰਮਾਣ ਵਾਸਤੇ ਸਭ ਤੋਂ ਵੱਧ ਕੀ ਜ਼ਰੂਰਤ ਹੁੰਦੀ ਹੈ ਰਾਜੇ, ਪ੍ਰੋਟੀਨ ਦੀ ਜ਼ਰੂਰਤ ਹੁੰਦੀ ਹੈ। ਤਾਂ ਪ੍ਰੋਟੀਨ ਇੱਕ ਬਹੁਤ ਐਸੈਂਸ਼ੀਅਲ ਪਾਰਟ ਹੈ ਆਪਣੀ ਡਾਈਟ ਦਾ। ਕਹਿੰਦਾ ਜੀ ਪ੍ਰੋਟੀਨ ਦੇ ਵਿੱਚ ਕੀ ਹੁੰਦਾ ਜੀ, ਮੈਕਰੋ ਨਿਊਟ੍ਰੀਐਂਟ। ਪ੍ਰੋਟੀਨ ਬੇਸਿਕਲੀ ਕਿਹਦੀ ਕੈਟਾਗਰੀ 'ਚ ਆਉਂਦਾ, ਮੈਕਰੋ ਨਿਊਟ੍ਰੀਐਂਟਸ ਦੀ ਕੈਟਾਗਰੀ 'ਚ ਆਉਂਦਾ, ਮੈਕਰੋ ਦੀ। ਠੀਕ ਹੈ, ਤੁਹਾਨੂੰ ਮੈਂ ਕਰਵਾ ਚੁੱਕਿਆ, ਕਾਰਬੋਹਾਈਡਰੇਟ ਹੋ ਗਿਆ, ਪ੍ਰੋਟੀਨ ਹੋ ਗਿਆ। ਇਹ ਮਾਸਪੇਸ਼ੀਆਂ ਦੇ ਪੁੰਜ ਨੂੰ ਬਣਾਉਣ ਲਈ ਜ਼ਰੂਰੀ ਹੈ। ਤਾਂ ਜਿਹੜੇ ਆਪਣਾ ਬੋਡੀ ਦਾ ਸਕੈਲਟਨ ਹੈਗਾ, ਮਾਸਪੇਸ਼ੀਆਂ ਦਾ ਪੁੰਜ ਹੈਗਾ, ਠੀਕ ਹੈ ਜੀ। ਸਕੈਲਟਨ ਬੇਸਿਕਲੀ ਹੱਡੀਆਂ ਦਾ ਹੁੰਦਾ, ਮਾਸਪੇਸ਼ੀਆਂ ਜਿਵੇਂ ਆਪਣੀਆਂ ਨਾੜਾਂ ਹੋ ਗਈਆਂ ਅੰਦਰ, ਉਹਨੂੰ ਬਣਾਉਣ ਵਾਸਤੇ ਬਹੁਤ ਸਹਾਈ ਹੁੰਦਾ ਹੈ। ਤਾਂ ਬੇਸਿਕਲੀ ਇਹਦੇ ਫੰਕਸ਼ਨ ਕੀ ਹੈ ਰਾਜੇ, ਸੈੱਲ ਹੋ ਗਏ, ਆਪਣੇ ਟਿਸ਼ੂ ਹੋ ਗਏ, ਉਹਨਾਂ ਨੂੰ ਬਣਾਉਣ ਦੇ ਕੰਮ ਆਉਂਦਾ। ਤੇ ਆਪਣੀ ਬੋਡੀ ਦੇ ਵਿੱਚ ਜਿਹੜਾ ਹੀਮੋਗਲੋਬਿਨ ਹੁੰਦਾ, ਠੀਕ ਹੈ, ਜਿਹਨੂੰ ਆਪਾਂ HB ਬੋਲਦੇ ਆ, ਉਹਨੂੰ ਕੀ ਕਰਦਾ, ਬੈਲੈਂਸ ਕਰਦਾ, ਨਿਯਮਿਤ ਕਰਦਾ। ਨੈਕਸਟ ਆਪਾਂ ਦੇਖਦੇ ਹਾਂ ਜੀ, ਆ ਕੁਐਸਚਨ ਆਇਆ ਹੋਇਆ, ਕਹਿੰਦਾ ਜੀ ਹੇਠ ਲਿਖਿਆਂ ਵਿੱਚੋਂ ਕਿਸ ਨੂੰ ਪ੍ਰੋਟੀਨ ਦਾ ਆਸਾਨੀ ਨਾਲ ਪਚਨਯੋਗ ਸਰੋਤ ਮੰਨਿਆ ਜਾਂਦਾ ਹੈ। ਤਾਂ ਇਹਨਾਂ ਵਿੱਚੋਂ ਕਿਹੜਾ ਰਾਜੇ, ਵੈਸੇ ਸਾਰਿਆਂ ਵਿੱਚ ਪ੍ਰੋਟੀਨ ਹੁੰਦਾ, ਅੰਡੇ ਵਿੱਚ ਵੀ ਹੁੰਦਾ, ਸੋਇਆਬੀਨ 'ਚ ਵੀ ਹੁੰਦਾ, ਮੱਛੀ ਦੇ ਮਾਸ ਦੇ ਵਿੱਚ ਵੀ ਹੁੰਦਾ, ਮੀਟ ਦੇ ਵਿੱਚ ਵੀ ਹੁੰਦਾ, ਲੇਕਿਨ ਸਭ ਤੋਂ ਆਸਾਨੀ ਨਾਲ ਜਿਹੜਾ ਆਪਣੇ ਸਰੀਰ ਬੋਡੀ ਪਚਾ ਸਕਦੀ ਹੈ ਰਾਜੇ, ਉਹ ਸੋਇਆਬੀਨ ਹੁੰਦਾ। ਤਾਂ ਸੋਇਆਬੀਨ ਦੇ ਵਿੱਚ ਵੈਸੇ ਵੀ ਸਭ ਤੋਂ ਵੱਧ ਹੁੰਦਾ ਪ੍ਰੋਟੀਨ, ਇਹ ਚੀਜ਼ ਦਾ ਧਿਆਨ ਰੱਖਿਓ। ਅੰਡੇ ਨਾਲੋਂ ਵੀ ਜ਼ਿਆਦਾ ਜਿਹੜਾ ਪ੍ਰੋਟੀਨ ਹੁੰਦਾ ਸੋਇਆਬੀਨ 'ਚ ਪਾਇਆ ਜਾਂਦਾ ਹੈ। ਹੁਣ ਆਪਾਂ ਸੋਰਸ ਆਫ ਪ੍ਰੋਟੀਨ ਦੇ ਸੋਰਸ ਕਿਹੜੇ ਨੇ ਰਾਜੇ,
ਤਾਂ ਪ੍ਰੋਟੀਨ ਦੇ ਸੋਰਸ ਵੈਜ ਵੀ ਹੋ ਸਕਦੇ ਆ, ਨਾਨ ਵੈਜ ਵੀ ਹੋ ਸਕਦੇ ਆ। ਨਾਨ ਵੈਜ ਦੀ ਗੱਲ ਕਰੀ ਮਤਲਬ ਕਿ ਪਸ਼ੂ ਸਰੋਤ ਦੀ ਗੱਲ ਕਰੀਏ, ਜਿਹੜੇ ਆਪਾਂ ਪਸ਼ੂਆਂ ਤੋਂ ਲੈਂਦੇ ਆ, ਜਿਵੇਂ ਦੁੱਧ ਲੈਂਦੇ ਆ ਆਪਾਂ, ਅੰਡੇ ਲੈਂਦੇ ਆ, ਮੀਟ ਲੈਂਦੇ ਆ, ਮੱਛੀ ਲੈਂਦੇ ਆ, ਪਨੀਰ ਲੈਂਦੇ ਆ, ਇਹ ਸਾਰੇ ਕੀ ਨੇ? ਪਸ਼ੂ ਸਰੋਤ ਨੇ। ਪੌਦਿਆਂ ਦੇ ਸਰੋਤ ਦੀ ਗੱਲ ਕਰੀਏ, ਦਾਲਾਂ ਤੋਂ ਬਹੁਤ ਪ੍ਰੋਟੀਨ ਮਿਲਦਾ, ਅਨਾਜ ਤੋਂ ਮਿਲਦਾ, ਸੋਇਆਬੀਨ ਤੋਂ ਮਿਲਦਾ, ਇਹ ਸਾਰਿਆਂ ਤੋਂ ਕੀ ਮਿਲੂਗਾ? ਆਪਾਂ ਨੂੰ ਪ੍ਰੋਟੀਨ ਮਿਲੂਗਾ। ਤੁਹਾਨੂੰ ਸੋਰਸ ਵੀ ਪੁੱਛਿਆ ਜਾ ਸਕਦਾ ਹੈ। ਹੁਣ ਕੁਐਸਚਨ ਫਿਰ ਆ ਗਿਆ, ਕੁਐਸਚਨ ਪਰ ਇੱਥੇ ਚੇਂਜ ਆ, ਕਹਿੰਦਾ ਜੀ ਹੇਠ ਲਿਖਿਆਂ ਵਿੱਚੋਂ ਕਿਹੜਾ ਪੂਰਨ ਪ੍ਰੋਟੀਨ ਭੋਜਨ ਹੈ? ਤਾਂ ਸਭ ਤੋਂ ਵੱਧ ਪੂਰਨ ਦਾ ਮਤਲਬ 100% ਜਿਹਦੇ ਵਿੱਚ ਪ੍ਰੋਟੀਨ ਹੁੰਦਾ ਹੈ, ਤਾਂ ਉਹ ਕਿਹੜਾ ਭੋਜਨ ਹੈ ਰਾਜੇ? ਤੁਹਾਨੂੰ ਮੈਂ ਦੱਸ ਕੇ ਹਟਿਆ, ਸੋਇਆਬੀਨ। ਤਾਂ ਸੋਇਆਬੀਨ ਵਿੱਚ ਸਭ ਤੋਂ ਵੱਧ ਪ੍ਰੋਟੀਨ ਪਾਇਆ ਜਾਂਦਾ ਹੈ, ਸਭ ਤੋਂ ਵੱਧ ਮਾਤਰਾ 'ਚ ਹੁੰਦਾ ਹੈ। ਹੁਣ ਅਗਲਾ ਲਾਸਟ ਵਨ ਜਿਹੜਾ ਤੁਹਾਨੂੰ ਮੈਂ ਕਾਰਬੋਹਾਈਡਰੇਟ ਕਰਾਤਾ, ਪ੍ਰੋਟੀਨ ਕਰਾਤਾ, ਲਾਸਟ ਦੇ ਵਿੱਚ ਹੁੰਦਾ ਫੈਟਸ। ਫੈਟਸ ਜਿਹਨੂੰ ਆਪਾਂ ਪੰਜਾਬੀ 'ਚ ਕਹਿੰਦੇ ਚਰਬੀ। ਤਾਂ ਬੇਸਿਕਲੀ ਕਹਿੰਦਾ ਜੀ ਜਿਹੜਾ ਇਹ ਭੋਜਨ ਹੁੰਦਾ, ਇਹਦੇ ਵਿੱਚ ਛੋਟੇ ਛੋਟੇ ਕੀ ਹੁੰਦੇ? ਇੱਕ ਫੈਟੀ ਐਸਿਡ ਹੁੰਦੇ ਆ, ਜਿਹੜੇ ਕਿ ਆਪਣੇ ਸਰੀਰ ਦੇ ਵਿੱਚ ਕੀ ਕਰਦੇ ਨੇ? ਆਪਣੀ ਚਮੜੀ ਨੂੰ ਕੀ ਕਰਦੇ ਆ? ਜਿਵੇਂ ਚਕਨਾਹਟ ਪ੍ਰਦਾਨ ਕਰਦੇ ਆ, ਜਾਂ ਆਪਣੀ ਚਮੜੀ ਨੂੰ ਮੁਰੰਮਤ ਵਾਸਤੇ ਬਹੁਤ ਜ਼ਿਆਦਾ ਕੀ ਹੁੰਦੇ ਆ? ਸਹਾਈ ਹੁੰਦੇ ਆ। ਹੁਣ ਦੋ ਤਰ੍ਹਾਂ ਦਾ ਹੁੰਦਾ ਰਾਜੇ, ਇੱਕ ਤਰ੍ਹਾਂ ਦਾ ਸਟਾਰਚ ਹੁੰਦਾ, ਇੱਕ ਅਨਸਟਾਰਚ ਹੁੰਦਾ। ਸਟਾਰਚ ਭੋਜਨ ਕਿਹੜਾ ਹੁੰਦਾ? ਜਿਹਨੂੰ ਆਪਣਾ ਸਰੀਰ ਆਸਾਨੀ ਨਾਲ ਨਹੀਂ ਹਜਮ ਕਰ ਸਕਦਾ, ਕਿਉਂਕਿ ਆਪਣਾ ਸਰੀਰ ਜਿਹੜਾ ਬਣਿਆ, ਮਨੁੱਖੀ ਸਰੀਰ ਬਣਿਆ, ਉਹ ਸ਼ਾਕਾਹਾਰੀ ਬਣਿਆ। ਚਲੋ ਉਹ ਤਾਂ ਆਪਾਂ ਧੱਕਾ ਕਰ ਰਹੇ ਹਾਂ ਵੀ ਨੌਨ ਵੈਜ ਖਾ ਰਹੇ ਹਾਂ, ਪਰ ਉਹ ਮਤਲਬ ਕਿ ਬਹੁਤ ਔਖਾ ਆਪਣੇ ਸਰੀਰ ਕੀ ਕਰਦਾ? ਉਹਨੂੰ ਹਜਮ ਕਰਦਾ ਹੈ। ਜਿਵੇਂ ਹੁਣ ਮੱਛੀ ਦਾ ਤੇਲ ਹੋ ਗਿਆ, ਮੱਛੀ ਦੇ ਤੇਲ ਨੂੰ ਛੱਡ ਕੇ ਸਾਰੇ ਜਾਨਵਰਾਂ ਦੀ ਚਰਬੀਆਂ, ਮੱਛੀ ਦੇ ਤੇਲ ਨੂੰ ਛੱਡ ਕੇ ਜਿੰਨੀ ਵੀ ਜਾਨਵਰਾਂ ਦੀ ਚਰਬੀਆਂ ਹੈਗੇ, ਚਾਹੇ ਉਹ ਮੀਟ ਹੈ, ਚਾਹੇ ਉਹ ਆਪਾਂ ਗੱਲ ਕਰ ਲਈਏ, ਤੁਸੀਂ ਜਿਵੇਂ ਮੰਨ ਲਓ ਨੌਨ ਵੈਜ ਜਿਹੜੇ ਲੋਕ ਖਾਂਦੇ ਉਹਨਾਂ ਨੂੰ ਪਤਾ ਹੋਊਗਾ, ਜਿਵੇਂ ਬੱਕਰੇ ਦਾ ਮੀਟ ਹੋ ਗਿਆ, ਮੁਰਗੇ ਦਾ ਹੋ ਗਿਆ, ਜਾਂ ਕੋਈ ਹੋਰ ਮੀਟ ਹੋ ਗਿਆ, ਉਹ ਸਾਰੇ ਕੀ ਨੇ? ਤੁਹਾਡੇ ਸਟਾਰਚ ਵਾਲੇ ਫੂਡ ਨੇ। ਅਨਸਟਾਰਚ ਦੇ ਵਿੱਚ ਕੀ ਹੋ ਗਿਆ ਰਾਜੇ? ਨਾਰੀਅਲ ਦੇ ਤੇਲ ਨੂੰ ਛੱਡ ਕੇ ਬਾਕੀ ਸਾਰੀਆਂ ਜਿਹੜੀਆਂ ਸਬਜ਼ੀਆਂ ਹੈਗੀਆਂ ਨੇ, ਉਹਨੂੰ ਆਪਣਾ ਸਰੀਰ ਕੀ ਕਰ ਸਕਦਾ? ਆਸਾਨੀ ਨਾਲ ਕੀ ਕਰ ਸਕਦਾ? ਪਚਾ ਸਕਦਾ ਹੈ। ਉਹ ਕੀ ਅਨਸਟਾਰਚ ਫੂਡ ਦੇ ਅੰਡਰ ਆਉਂਦੇ ਆ। ਉਹ ਅਨਸਟਾਰਚ ਫੈਟੀ ਐਸਿਡ ਹੁੰਦੇ ਆ, ਤੇ ਜਿਹੜੇ ਸਟਾਰਚ ਫੈਟੀ ਐਸਿਡ ਹੁੰਦੇ ਉਹਨੂੰ ਸਰੀਰ ਆਪਣਾ ਆਸਾਨੀ ਨਾਲ ਨਹੀਂ ਪਚਾ ਸਕਦਾ। ਤਾਂ ਕਹਿੰਦਾ ਜੀ ਇਹ ਲਿਖਿਆ ਹੋਇਆ ਸਟਾਰਚ ਜਿਹੜੇ ਫੈਟੀ ਐਸਿਡ ਹੁੰਦੇ ਆ, ਇਹਦੇ ਵਿੱਚ ਕੀ ਸਭ ਤੋਂ ਵੱਧ ਪਾਇਆ ਜਾਂਦਾ? ਕੋਲੇਸਟਰੋਲ ਪਾਇਆ ਜਾਂਦਾ ਹੈ। ਕੋਲੇਸਟਰੋਲ ਜਿਹੜਾ ਆਪਣੇ ਸਰੀਰ ਦੇ ਵਿੱਚ ਕੀ ਕਰਦਾ ਰਾਜੇ? ਆਪਣੇ ਸਰੀਰ ਦੇ ਵਿੱਚ ਕੋਲੇਸਟਰੋਲ ਦੇ ਪੱਧਰ ਨੂੰ ਵਧਾ ਦਿੰਦਾ, ਤੇ ਇਸ ਕਰਕੇ ਆਪਣੇ ਸਰੀਰ ਵਾਸਤੇ ਕੀ ਹੈ? ਮਾੜਾ ਹੈ। ਤਾਂ ਹੀ ਕਹਿੰਦੇ ਆ, ਦੇਖੋ ਤਾਂ ਹੀ ਧਾਰਮਿਕ ਜਿਹੜੇ ਗ੍ਰੰਥ ਹੁੰਦੇ ਆ ਨਾ, ਉਹਨਾਂ ਨੇ, ਸਾਇੰਸ ਤਾਂ ਅੱਜ ਆਈ ਹੈ, ਸਾਇੰਸ ਤਾਂ ਹੁਣ ਕੰਮ ਕਰ ਰਹੀ ਹੈ, ਜਿਹੜੇ ਆਪਣੇ ਧਾਰਮਿਕ ਗੁਰੂ ਹੋਏ ਆ, ਚਾਹੇ ਕੋਈ ਵੀ ਹੈ, ਠੀਕ ਹੈ, ਚਾਹੇ ਹਿੰਦੂ ਧਰਮ ਦੀ ਗੱਲ ਕਰ ਲਈਏ, ਸਿੱਖ ਦੀ ਕਰ ਲਈਏ, ਈਸਾਈ ਦੀ ਕਰ ਲਈਏ, ਕਿਸੇ ਧਰਮ ਦੀ ਗੱਲ ਕਰ ਲਓ, ਉਹਨਾਂ ਵਿੱਚ ਜਿਹੜੇ ਧਾਰਮਿਕ ਗ੍ਰੰਥ ਆ, ਉਹਨਾਂ ਵਿੱਚ ਉਹਨਾਂ ਨੂੰ ਨੌਲੇਜ ਜ਼ਿਆਦਾ ਸੀਗੀ। ਉਹ ਤਾਂ ਹੀ ਆਪਾਂ ਨੂੰ ਮੀਟ, ਮੱਛੀ, ਅੰਡਾ ਖਾਣ ਤੋਂ ਮਨਾ ਕਰਦੇ ਆ, ਕਿਉਂਕਿ ਜਿਹੜਾ ਆਪਣਾ ਸਰੀਰ ਹੈਗਾ ਇਹਨਾਂ ਚੀਜ਼ਾਂ ਵਾਸਤੇ ਨਹੀਂ ਬਣਿਆ। ਜੇ ਆਪਾਂ ਖਾਵਾਂਗੇ ਤਾਂ ਆਪਣੇ ਸਰੀਰ ਵਾਸਤੇ ਕੀ ਕਰਨਗੇ? ਪ੍ਰੋਬਲਮ ਕ੍ਰੀਏਟ ਕਰਨਗੇ। ਠੀਕ ਹੈ, ਤਾਂ ਨੈਕਸਟ ਗੱਲ ਕਰਦੇ ਹਾਂ ਜੀ ਆਪਾਂ, ਇਹ ਆਪਣੇ ਮੈਕਰੋ ਵਾਲੇ ਆਪਾਂ ਸਾਰੇ ਪੜ੍ਹ ਲਏ। ਠੀਕ ਹੈ, ਹੁਣ ਇਹਦੇ ਫੰਕਸ਼ਨ ਕੀ ਹੈ? ਚਰਬੀ ਕੀ ਕਰਦੀ ਹੈ ਆਪਣੇ ਸਰੀਰ ਨੂੰ? ਬੇਸਿਕਲੀ ਫੈਟ ਕੀ ਕਰਦੀ ਹੈ? ਊਰਜਾ ਪ੍ਰਦਾਨ ਕਰਦੀ ਹੈ। ਤੇ ਕਹਿੰਦਾ ਜੀ ਇੱਕ ਡਾਈਟਰੀ ਫੈਟ, ਡਾਈਟਰੀ ਮਤਲਬ ਕਿ ਸੰਤੁਲਿਤ ਖੁਰਾਕ। ਕਹਿੰਦਾ ਜੀ ਚਰਬੀ ਚਮੜੀ ਦੀ ਇਕਸਾਰਤਾ, ਚਮੜੀ ਦੀ ਜਿਹੜੀ ਇਕਸਾਰਤਾ ਦਾ ਮਤਲਬ ਕੀ ਹੈ? ਜਿਵੇਂ ਹੁਣ ਚਮੜੀ ਆਪਣੀ ਪ੍ਰੋਪਰਲੀ ਕੀ ਹੁੰਦੀ ਹੈ? ਇੱਕ ਸਿਹਤਮੰਦ ਚਮੜੀ ਕਹਿ ਸਕਦੇ ਆਪਾਂ, ਚਮੜੀ ਦੇ ਵਿਕਾਸ ਵਾਸਤੇ, ਮੁਰੰਮਤ ਵਾਸਤੇ। ਠੀਕ ਹੈ ਜੀ, ਇਹ ਮਤਲਬ ਕਿ ਲੋੜਾਂ ਪੂਰੀਆਂ ਕਰਦੀ ਹੈ। ਆਪਣੇ ਬੋਡੀ ਦਾ ਤਾਪਮਾਨ ਬਣਾਉਣ ਵਾਸਤੇ, ਹੁਣ ਤੁਹਾਨੂੰ ਪਤਾ ਹੀ ਬੋਡੀ ਦਾ ਤਾਪਮਾਨ, ਜੇ ਬੋਡੀ ਦਾ ਤਾਪਮਾਨ ਘੱਟ ਵੱਧ ਹੁੰਦਾ ਹੈ, ਹੁਣ ਕਈ ਲੋਕਾਂ ਦਾ ਕੀ ਹੁੰਦਾ ਕਿ ਬਾਏ ਬਰਥ ਹੀ ਬੋਡੀ ਦਾ ਤਾਪਮਾਨ ਘੱਟ ਹੁੰਦਾ, ਉਹਨਾਂ ਲੋਕਾਂ ਨੂੰ ਠੰਡ ਵੀ ਵੱਧ ਲੱਗਦੀ ਹੈ ਤੇ ਗਰਮੀ ਵੀ ਜ਼ਿਆਦਾ ਲੱਗਦੀ ਹੈ। ਕਹਿੰਦਾ ਜੀ ਚਰਬੀ ਸਾਡੇ ਸਰੀਰ ਦੇ ਵਿੱਚ ਬਹੁਤ ਸਾਰੇ ਅੰਗਾਂ ਲਈ ਸਹਾਇਤਾ ਪ੍ਰਦਾਨ ਕਰਦੀ, ਜਿਵੇਂ ਦਿਲ ਹੋ ਗਿਆ, ਗੁਰਦਾ ਹੋ ਗਿਆ, ਆਂਦਰਾਂ ਹੋ ਗਈਆਂ, ਇਹ ਸਾਰਿਆਂ ਵਾਸਤੇ ਕੀ ਹੈ ਜੀ? ਬਹੁਤ ਜ਼ਰੂਰੀ ਹੈ ਆਪਣੇ ਫੈਟੀ ਐਸਿਡ। ਇਹ ਮਿਲਦੇ ਕਿੱਥੋਂ ਕਿੱਥੋਂ ਰਾਜੇ? ਸੋਰਸ ਕੀ ਹੈ ਜੀ? ਜੇ ਐਨੀਮਲ ਦੀ ਗੱਲ ਕਰ ਲਈਏ, ਘਿਓ ਤੋਂ ਮਿਲਦਾ ਹੈ, ਮੱਖਣ ਤੋਂ, ਮੀਟ ਤੋਂ, ਮੱਛੀ ਤੇ ਤੇਲ ਤੋਂ। ਤੇ ਵੈਜੀਟੇਬਲ ਦੀ ਗੱਲ ਕਰ ਰਹੀਏ, ਮੂੰਗਫਲੀ ਦਾ ਤੇਲ ਹੋ ਗਿਆ, ਅਦਰਕ ਦਾ ਤੇਲ, ਸਰੋਂ ਦਾ ਤੇਲ, ਬੀਜ ਹੋ ਗਏ, ਅਖਰੋਟ ਹੋ ਗਿਆ, ਨਾਰੀਅਲ ਤੇਲ ਹੋ ਗਿਆ, ਇਹ ਸਾਰਿਆਂ ਤੋਂ ਆਪਾਂ ਨੂੰ ਕੀ ਮਿਲਦਾ? ਚਰਬੀ ਮਿਲਦੀ ਹੈ, ਫੈਟ ਮਿਲਦੀ ਹੈ। ਤੇ ਕਹਿੰਦਾ ਜੀ ਜੇ ਡੇਲੀ ਰਿਕੁਆਇਰਮੈਂਟ ਦੀ ਗੱਲ ਕਰੀਏ ਵੀ ਇੱਕ ਦਿਨ ਦੇ ਵਿੱਚ ਕਿੰਨੀ ਫੈਟ ਚਾਹੀਦੀ ਹੈ, ਜੇ ਬੰਦਿਆਂ ਦੀ ਗੱਲ ਕਰੀਏ ਤਾਂ 20 ਤੋਂ ਲੈ ਕੇ 60 ਗ੍ਰਾਮ, ਤੇ ਜੇ ਲੇਡੀਜ਼ ਦੀ ਗੱਲ ਕਰੀਏ ਤਾਂ 20 ਤੋਂ ਲੈ ਕੇ 40 ਗ੍ਰਾਮ ਇੱਕ ਡੇਲੀ ਇੱਕ ਜ਼ਰੂਰਤ ਹੈ ਹਰੇਕ ਬੰਦੇ ਤੇ ਲੇਡੀਜ਼ ਦੀ ਚਰਬੀ ਵਾਸਤੇ। ਇਹ ਤੁਹਾਡੇ ਜੀ ਮੈਕਰੋ ਵਾਲੇ ਹੋ ਗਏ। ਹੁਣ ਤੁਸੀਂ ਮੈਨੂੰ ਇਹ ਦੱਸਿਓ, ਦੇਖੋ ਕਾਰਬੋਹਾਈਡਰੇਟ ਤੋਂ ਇਲਾਵਾ ਸਾਡੇ ਭੋਜਨ ਵਿੱਚ ਊਰਜਾ ਦਾ ਇੱਕ ਵੱਡਾ ਸਰੋਤ ਕਿਹੜਾ ਹੈਗਾ? ਤੁਹਾਨੂੰ ਮੈਂ ਦੱਸਿਆ ਵੀ ਕਾਰਬੋਹਾਈਡਰੇਟ ਤੋਂ ਇਲਾਵਾ ਆਪਾਂ ਚਰਬੀ ਜਿਹੜੀ ਹੈਗੀ ਆਪਣੇ ਸਰੀਰ ਨੂੰ ਜ਼ਿਆਦਾ ਕੀ ਕਰਦੀ ਹੈ? ਊਰਜਾ ਪ੍ਰਦਾਨ ਕਰਦੀ ਹੈ। ਆਪਣੇ ਅਗਰ ਕੁਐਸਚਨ ਆ ਜਾਵੇ ਕਿ ਸਭ ਤੋਂ ਵੱਧ ਕਿਹੜੇ ਆ, ਤਾਂ ਕਾਰਬੋਹਾਈਡਰੇਟ ਤੇ ਚਰਬੀ ਹੁੰਦੇ ਆ। ਤਾਂ ਆਪਾਂ ਮੈਕਰੋ ਪੜ੍ਹ ਲਿਆ, ਹੁਣ ਆਪਾਂ ਪੜ੍ਹਨਾ ਜੀ ਮਾਈਕਰੋ। ਮਾਈਕਰੋ ਹੁੰਦਾ ਰਾਜੇ ਛੋਟਾ। ਕਹਿੰਦਾ ਜੀ ਜਿਹੜੇ ਰਸਾਇਣਿਕ ਤੱਤ ਹੁੰਦੇ ਆ ਜਾਂ ਪਦਾਰਥ ਜੋ ਕਿ ਕਹਿੰਦਾ ਜੀਵਨ ਜਿਹੜੇ ਜੀਵਤ ਜੀਵ ਹੈਗੇ ਆ ਉਹਨਾਂ ਦੇ ਸਧਾਰਨ ਵਿਕਾਸ ਵਾਸਤੇ ਤੇ ਘੱਟੋ ਘੱਟ ਮਾਤਰਾ ਵਿੱਚ ਚਾਹੀਦੇ ਹੁੰਦੇ, ਜਿਵੇਂ ਕਿ ਵਿਟਾਮਿਨ ਤੇ ਖਣਿਜ, ਮਿਨਰਲਸ ਜਿਹਨੂੰ ਆਪਾਂ ਕਹਿ ਦਿੰਦੇ ਆ। ਤਾਂ ਲੋੜੀਂਦੇ ਪੌਸ਼ਟਿਕ ਤੱਤਾਂ ਦੀ ਮਾਤਰਾ ਵੀ ਡਿਪੈਂਡ ਕਰਦੀ ਆਪਣੀ ਉਮਰ ਤੇ, ਆਪਣੇ ਮੇਲ ਜਾਂ ਫੀਮੇਲ ਲਿੰਗ ਤੇ ਕਰਦੀ ਹੈ, ਭਾਰ ਤੇ ਕਰਦੀ ਹੈ, ਸਰੀਰਕ ਗਤੀਵਿਧੀਆਂ ਤੇ ਕਰਦੀ ਹੈ, ਆਪਾਂ ਕੰਮ ਕੀ ਕਰਦੇ ਆ ਉਹਦੇ ਉੱਪਰ ਡਿਪੈਂਡ ਕਰਦੀ ਹੈ ਵੀ ਆਪਾਂ ਨੂੰ ਕਿਸ ਤਰ੍ਹਾਂ ਦੀ ਖੁਰਾਕ ਚਾਹੀਦੀ ਹੈ। ਹੁਣ ਸਭ ਤੋਂ ਇਹਦੇ ਵਿੱਚ ਮਹੱਤਵਪੂਰਨ ਹੁੰਦੇ ਰਾਜੇ ਵਿਟਾਮਿਨਸ ਹੁੰਦੇ ਆ। ਤਾਂ ਵਿਟਾਮਿਨ ਆਪਾਂ ਸਾਰੇ ਪੜ੍ਹਨੇ ਆ ਕਿਉਂਕਿ ਤੁਹਾਨੂੰ ਵਿਟਾਮਿਨ ਤੇ ਕੁਐਸਚਨ ਆ ਸਕਦਾ। ਅੱਜ ਮੈਂ ਤੁਹਾਨੂੰ 2 ਵਿਟਾਮਿਨ ਪੜ੍ਹਾਉਂਗਾ, ਵਿਟਾਮਿਨ ਏ ਤੇ ਡੀ। ਤਾਂ ਵਿਟਾਮਿਨ ਏ ਤੋਂ ਪੜ੍ਹਨਾ ਸਟਾਰਟ ਕਰਦੇ ਆ ਰਾਜੇ। ਵਿਟਾਮਿਨ ਏ ਕੀ ਹੈ? ਬੇਸਿਕਲੀ ਇਹ ਵੀ ਯਾਦ ਰੱਖਣਾ,
ਕੁਝ ਵਿਟਾਮਿਨ ਪਾਣੀ ਵਿੱਚ ਘੁਲਣਸ਼ੀਲ ਹੁੰਦੇ ਆ, ਕੁਝ ਚਰਬੀ ਵਿੱਚ ਹੁੰਦੇ ਆ। ਇੱਥੋਂ ਕੁਐਸਚਨ ਪੁੱਛਿਆ ਜਾ ਸਕਦਾ ਹੈ। ਤਾਂ ਵਿਟਾਮਿਨ ਜਿਹੜਾ A ਹੈਗਾ ਰਾਜੇ, ਇਹ ਚਰਬੀ ਦੇ ਵਿੱਚ ਘੁਲਣਸ਼ੀਲ ਹੈ, ਆਪਣੀ ਬੋਡੀ ਇਹਨੂੰ ਈਜ਼ੀਲੀ ਕੰਜ਼ਿਊਮ ਕਰ ਲੈਂਦੀ ਹੈ। ਤਾਂ ਕਹਿੰਦਾ ਜੀ ਇੱਕ ਚਰਬੀ ਦੇ ਵਿੱਚ ਘੁਲਣਸ਼ੀਲ ਵਿਟਾਮਿਨ ਹੁੰਦਾ ਜੋ ਕਿ ਆਮ ਤੌਰ ਤੇ ਦੋ ਰੂਪਾਂ ਦੇ ਵਿੱਚ ਪਾਇਆ ਜਾਂਦਾ ਹੈ। ਦੋ ਤਰ੍ਹਾਂ ਰਾਜੇ ਇਹਦੇ ਨਾਮ ਹੈਗੇ ਆ, ਜਿਹੜੇ ਸਾਇੰਟੀਫਿਕ ਨਾਮ ਹੈਗੇ, ਇੱਕ ਹੈਗਾ ਰੈਟੋਨੋਲ, ਇੱਕ ਹੈਗਾ ਬੀਟਾ ਕੈਰੋਟੋਨ। ਠੀਕ ਹੈ, ਇਹ ਦੋ ਨਾਮ ਨੇ, ਦੋ ਇਹਨਾਂ ਦੇ ਰੂਪ ਨੇ ਵਿਟਾਮਿਨ A ਦੇ। ਰੈਟੀਨੋਲ ਦੀ ਗੱਲ ਕਰੀਏ ਰਾਜੇ, ਜਿਹੜੇ ਜਾਨਵਰਾਂ ਦਾ ਖਾਣਾ ਹੁੰਦਾ, ਜਿਵੇਂ ਆਪਾਂ ਮੀਟ ਮੱਛੀ ਖਾਂਦੇ ਆ, ਠੀਕ ਹੈ, ਜਿਵੇਂ ਆਪਾਂ ਕਲੇਜੀ ਖਾਂਦੇ ਆ, ਕਈ ਲੋਕ ਜਿਗਰ ਖਾਂਦੇ ਆ, ਮਾਸ ਖਾਂਦੇ ਆ, ਚਰਬੀ, ਮੱਛੀ, ਆਂਡੇ, ਦੁੱਧ ਦੀ ਚਰਬੀ ਹੋ ਗਈ, ਉੱਥੇ ਰੈਟੀਨੋਲ ਪਾਇਆ ਜਾਂਦਾ ਹੈ। ਬੀਟਾ ਕੈਰੋਟੋਨ ਜਿਹੜਾ ਪਾਇਆ ਜਾਂਦਾ ਰਾਜੇ, ਪੌਦਿਆਂ ਵਿੱਚ ਪਾਇਆ ਜਾਂਦਾ, ਜਿਵੇਂ ਪੱਤੇਦਾਰ ਸਬਜ਼ੀਆਂ ਹੋ ਗਈਆਂ, ਹਰੀਆਂ ਸਬਜ਼ੀਆਂ, ਚਮਕਦਾਰ ਫਲ ਜਿਹੜੇ ਹੋ ਗਏ, ਪੀਲੇ ਫਲ, ਉਹਨਾਂ ਵਿੱਚ ਪਾਇਆ ਜਾਂਦਾ ਹੈ। ਤਾਂ ਇਹ ਵਿਟਾਮਿਨ A ਹੈ। ਹੁਣ ਇਹ ਜ਼ਰੂਰੀ ਕਿਉਂ ਹੈ ਰਾਜੇ? ਇਹਦੇ ਮਤਲਬ ਫੰਕਸ਼ਨ ਕੀ ਹੈ? ਜਿਵੇਂ ਹੁਣ ਆਪਣੀ ਜਿਹੜੀ ਅੱਖਾਂ ਦੀ ਜਿਹੜੀ ਦ੍ਰਿਸ਼ਟੀ ਹੁੰਦੀ ਹੈ, ਉਹਦੇ ਵਾਸਤੇ ਬਹੁਤ ਜ਼ਰੂਰੀ ਹੈ। ਜੇ ਵਿਟਾਮਿਨ A ਦੀ ਕਮੀ ਹੋਊਗੀ ਤਾਂ ਆਪਣੇ ਵਿੱਚ ਕੀ ਆ ਜਾਊਗੀ? ਨਾਈਟ ਬਲਾਈਂਡਨੈਸ ਆ ਜਾਊਗੀ। ਔਰ ਕਾਦਰ ਖਾਨ ਦੀ ਫਿਲਮ ਦੱਸੀ ਸੀ ਨਾ, ਬੋਲ ਰਾਦਾ ਬੋਲ, ਕਿਸੇ ਬੱਚੇ ਨੇ ਦੱਸਿਆ ਨਾਮ, ਮੈਨੂੰ ਵੈਸੇ ਪਤਾ ਨਹੀਂ ਸੀਗਾ। ਤਾਂ ਫਿਲਮ ਦੇ ਵਿੱਚ ਉਹ ਅੰਨਾ ਹੋ ਜਾਂਦਾ ਸ਼ਾਮ ਨੂੰ, ਕਿਉਂਕਿ ਉਹਦੇ ਵਿੱਚ ਵਿਟਾਮਿਨ A ਦੀ ਕਮੀ ਹੈ। ਜਾਂ ਆਪਣੇ ਜਿਹੜਾ ਸਕੈਲਟਨ ਹੈਗਾ, ਉਹਦੇ ਵਾਸਤੇ ਜ਼ਰੂਰੀ ਹੈ, ਮਨੁੱਖੀ ਪਿੰਜਰ ਵਾਸਤੇ, ਉਹਦੇ ਵਾਧੇ ਵਾਸਤੇ। ਬਾਕੀ ਇਹ ਐਂਟੀ ਇਨਫੈਕਸ਼ਨਲ ਦਾ ਕੰਮ ਕਰਦਾ ਹੈ। ਐਂਟੀ ਇਨਫੈਕਸ਼ਨਲ ਏਜੰਟ ਹੁੰਦਾ ਹੈ ਕਿ ਆਪਣੀ ਬੋਡੀ ਜਦੋਂ ਕੋਈ ਬਿਮਾਰ ਹੋ ਜਾਂਦਾ ਹੈ ਤਾਂ ਉਹਦੇ ਨਾਲ ਲੜਨ ਵਾਸਤੇ ਆਪਣੇ ਅੰਦਰ ਕੀ ਹੁੰਦੇ ਨੇ? ਬੈਕਟੀਰੀਆਜ਼ ਹੁੰਦੇ ਨੇ, ਤਾਂ ਉਹਨਾਂ ਦੇ ਵਾਸਤੇ ਬਹੁਤ ਸਹਾਈ ਹੁੰਦਾ ਹੈ ਵਿਟਾਮਿਨ A। ਹੁਣ ਜੇ ਵਿਟਾਮਿਨ A ਦੀ ਕਮੀ ਹੋ ਜੂਗੀ, ਡੈਫੀਸ਼ੀਐਂਸੀ ਦਾ ਮਤਲਬ ਹੁੰਦਾ ਕਮੀ। ਜੇ ਕਮੀ ਹੋ ਜਾਂਦੀ ਹੈ ਤਾਂ ਆਪਾਂ ਨੂੰ ਕੀ ਹੋ ਸਕਦਾ ਰਾਜੇ? ਨਾਈਟ ਬਲਾਈਂਡਨੈਸ ਹੋ ਸਕਦੀ ਹੈ, ਕਿ ਮੱਧਮ ਰੋਸ਼ਨੀ ਦੇ ਵਿੱਚ ਵੇਖਣ ਦੀ ਅਯੋਗਤਾ, ਆਪਾਂ ਦੇਖ ਨਹੀਂ ਸਕਦੇ। ਥਰੋਟ ਐਂਡ ਚੈਸਟ ਇਨਫੈਕਸ਼ਨ, ਗਲੇ ਦੀ ਇਨਫੈਕਸ਼ਨ ਤੇ ਛਾਤੀ ਦੀ ਇਨਫੈਕਸ਼ਨ ਹੋ ਸਕਦੀ ਹੈ ਆਪਾਂ ਨੂੰ। ਚਮੜੀ ਦੀ ਬਹੁਤ ਜ਼ਿਆਦਾ ਇਨਫੈਕਸ਼ਨ ਹੋ ਸਕਦੀ ਹੈ, ਆਪਣੀ ਚਮੜੀ ਖੁਸ਼ਕ ਰਹਿੰਦੀ ਹੋਊਗੀ ਕਈ ਲੋਕਾਂ ਦੀ, ਵਾਲ ਖੁਸ਼ਕ ਰਹਿੰਦੇ ਆ, ਖੁਜਲੀ ਜ਼ਿਆਦਾ ਰਹਿੰਦੀ ਹੈ ਲੋਕਾਂ ਨੂੰ ਜੇ ਵਿਟਾਮਿਨ A ਦੀ ਕਮੀ ਹੋਵੇ। ਤਾਂ ਤੁਹਾਨੂੰ ਪੁੱਛਿਆ ਜਾ ਸਕਦਾ ਵਿਟਾਮਿਨ A ਦਾ ਬੋਟੈਨੀਕਲ ਨੇਮ ਪੁੱਛਿਆ ਜਾ ਸਕਦਾ ਹੈ, ਇਹਦੇ ਸੋਰਸ ਪੁੱਛੇ ਜਾ ਸਕਦੇ ਆ, ਡੈਫੀਸ਼ੀਐਂਸੀ ਪੁੱਛੀ ਜਾ ਸਕਦੀ ਹੈ, ਇਹਦੀ ਕਮੀ ਨਾਲ ਕੀ ਬਿਮਾਰੀਆਂ ਹੋ ਸਕਦੀਆਂ। ਤਾਂ ਬਸ ਇੰਨਾ ਕੁ ਪੜ੍ਹਨਾ, ਇੰਨਾ ਪੜ੍ਹ ਲਓਗੇ ਤਾਂ ਬਹੁਤ ਹੈ ਬੇਟੇ। ਅੱਗੇ ਆ ਗਿਆ ਜੀ ਤੁਹਾਡਾ ਵਿਟਾਮਿਨ D। ਆਪਾਂ ਸ਼ੁਰੂ ਤੋਂ ਬਚਪਨ ਤੋਂ ਸੁਣਦੇ ਆਏ ਆ ਵੀ ਚਾਹ ਕੇ ਯਾਰ ਧੁੱਪ 'ਚ ਬੈਠ ਜਾ, ਤੈਨੂੰ ਵਿਟਾਮਿਨ D ਮਿਲੂਗਾ। ਹੁਣ ਵਿਟਾਮਿਨ D ਆਪਾਂ ਨੂੰ ਧੁੱਪ ਤੋਂ ਮਿਲਦਾ, ਬਿਲਕੁਲ ਠੀਕ ਹੈ, ਬਿਲਕੁਲ ਦਰੁਸਤ ਗੱਲ ਹੈ। ਕਹਿੰਦਾ ਜੀ ਵਿਟਾਮਿਨ D ਜਿਹਨੂੰ ਆਪਾਂ ਕੀ ਕਹਿ ਦਿੰਦੇ ਆ? ਕੈਲਸੀਫਰੋਲ ਕਹਿ ਦਿੰਦੇ ਆ। ਠੀਕ ਹੈ, ਤਾਂ ਬੋਟੈਨੀਕਲ ਨੇਮ ਹੈ। ਇੱਕ ਚਰਬੀ ਦੇ ਵਿੱਚ ਘੁਲਣਸ਼ੀਲ ਵਿਟਾਮਿਨ ਹੈ ਰਾਜੇ, ਯਾਦ ਰੱਖਣਾ, ਚਰਬੀ ਦੇ ਵਿੱਚ ਘੁਲਣਸ਼ੀਲ ਹੈ ਤੇ ਇਹ ਆਪਾਂ ਨੂੰ ਕੁਦਰਤੀ ਤੌਰ ਤੇ ਵੀ ਮਿਲਦਾ ਤੇ ਕੁਝ ਖਾਣਿਆਂ ਦੇ ਵਿੱਚ ਵੀ ਮਿਲਦਾ ਹੈ। ਠੀਕ ਹੈ ਜੀ। ਤਾਂ ਸੂਰਜ ਦੀ ਰੋਸ਼ਨੀ ਦੇ ਵਿੱਚ ਕਹਿੰਦਾ ਜੀ, ਜਦੋਂ ਸੂਰਜ ਦੀ ਰੋਸ਼ਨੀ ਤੋਂ ਅਲਟਰਾਵਾਇਲਟ ਕਿਰਨਾਂ, ਜਿਹੜੀਆਂ UV ਕਿਰਨਾਂ ਆਪਾਂ ਬੋਲਦੇ ਆ, ਅਲਟਰਾਵਾਇਲਟ ਕਿਰਨਾਂ ਆਉਂਦੀਆਂ ਆਪਣੀ ਬੋਡੀ ਤੇ ਪੈਂਦੀਆਂ, ਤਾਂ ਆਪਣੇ ਬੋਡੀ ਦੇ ਅੰਦਰ ਕੀ ਹੋ ਜਾਂਦਾ? ਇੱਕ ਸੰਸਲੇਸ਼ਨ ਚਾਲੂ ਹੋ ਜਾਂਦਾ, ਇੱਕ ਪ੍ਰਕਿਰਿਆ ਚਾਲੂ ਹੋ ਜਾਂਦੀ ਹੈ, ਜਿਹਦੇ ਕਰਕੇ ਆਪਣੀ ਬੋਡੀ ਆਪਣੇ ਆਪ ਕੀ ਕਰਦੀ ਹੈ? ਵਿਟਾਮਿਨ D ਨੂੰ ਬਣਾਉਣਾ ਸਟਾਰਟ ਕਰ ਦਿੰਦੀ ਹੈ। ਤਾਂ ਫੰਕਸ਼ਨ ਕੀ ਹੈ ਰਾਜੇ ਦੇ ਵਿਟਾਮਿਨ D? ਬੇਸਿਕਲੀ ਆਪਾਂ ਨੂੰ, ਠੀਕ ਹੈ ਜੀ, ਵਿਟਾਮਿਨ D ਜਿਹੜਾ ਹੁੰਦਾ ਆਪਣੇ ਹੱਡੀਆਂ ਨੂੰ ਮਜ਼ਬੂਤ ਕਰਨ ਵਾਸਤੇ ਬਹੁਤ ਜ਼ਰੂਰੀ ਹੈ, ਹੱਡੀਆਂ ਨੂੰ ਬਣਾਉਣ ਵਾਸਤੇ, ਮਜ਼ਬੂਤ ਕਰਨ ਵਾਸਤੇ ਬਹੁਤ ਜ਼ਰੂਰੀ ਹੈ। ਜੇ ਮੰਨ ਲਓ ਵਿਟਾਮਿਨ D ਦੀ ਕਮੀ ਹੋ ਜੂਗੀ ਤਾਂ ਆਪਣੇ ਵਿੱਚ ਇੱਕ ਰੋਗ ਹੋ ਜਾਂਦਾ ਰਾਜੇ, ਦੇਖੋ ਹੱਡੀ ਟੇਢੀ ਹੋਣੀ ਸ਼ੁਰੂ ਹੋ ਜਾਂਦੀ ਹੈ। ਦੇਖੋ ਸਿੱਧੀ ਹੈ ਨਾ ਬਿਲਕੁਲ, ਆ ਟੇਢੀ ਹੋ ਗਈ, ਹੋਰ ਟੇਢੀ ਹੋ ਗਈ, ਤੁਸੀਂ ਬਜ਼ੁਰਗ ਦੇਖੇ ਹੋਣਗੇ ਹੋਰ ਟੇਢੇ ਹੋ ਜਾਂਦੇ ਆ, ਤਾਂ ਉਹਨੂੰ ਕਹਿ ਦਿੰਦੇ ਆ ਐਸਟ੍ਰੋਪੋਰੋਸਿਸ ਕਹਿ ਦਿੰਦੇ ਆ। ਤਾਂ ਇੱਕ ਬਿਮਾਰੀ ਹੋ ਜਾਂਦੀ ਹੈ ਆਪਾਂ ਨੂੰ। ਬਾਕੀ ਬੱਚਿਆਂ ਦੇ ਵਿੱਚ ਵੀ ਹੋ ਜਾਂਦਾ ਰਾਜੇ, ਬੱਚਿਆਂ ਦੀ ਲੱਤਾਂ ਕੀ ਡਿੰਗੀਆਂ ਹੋ ਜਾਂਦੀਆਂ, ਠੀਕ ਹੈ, ਇਸ ਤਰ੍ਹਾਂ। ਤਾਂ ਇਹ ਇੱਕ ਬਿਮਾਰੀ ਹੈ, ਵਿਟਾਮਿਨ D ਦੀ ਕਮੀ ਨਾਲ ਹੁੰਦੀ ਹੈ। ਤਾਂ ਇਹ ਮਿਲਦਾ ਕਿੱਥੋਂ ਰਾਜੇ? ਸੋਰਸ ਕੀ? ਇੱਕ ਤਾਂ ਸਨਲਾਈਟ ਹੀ ਹੈ ਇਹਦਾ ਸੋਰਸ। ਕਹਿੰਦਾ ਜੀ ਵਿਟਾਮਿਨ D3। ਹੁਣ ਵਿਟਾਮਿਨ D ਦੇ ਵਿੱਚ ਵੀ ਅੱਗੇ ਉਹਦੇ ਫਰਦਰ ਪਾਰਟਸ ਨੇ ਵਿਟਾਮਿਨ D3। ਇਹ ਤੋਂ ਪੁੱਛਿਆ ਜਾ ਸਕਦਾ ਵੀ ਵਿਟਾਮਿਨ D ਦੇ ਵਿੱਚ ਕਿਹੜਾ ਜਿਹੜਾ ਵਿਟਾਮਿਨ ਹੈਗਾ ਉਹ ਧੁੱਪ ਦੇ ਵਿੱਚ ਬਣਦਾ ਤੇ ਰਾਜੇ D3 ਬਣਦਾ। ਤਾਂ ਵਿਟਾਮਿਨ D3 ਦਾ ਨਿਰਮਾਣ ਜਿਹੜਾ ਹੈਗਾ ਰਾਜੇ ਉਹ ਕੀ ਹੈ ਜੀ? ਇੱਕ ਹਾਈਡਰੋਕੋਸਟਰੋਲ ਜਿਹੜਾ ਹੁੰਦਾ ਹੈ, ਜਿਹੜਾ ਆਪਣੀ ਚਮੜੀ ਦੇ ਵਿੱਚ ਮੌਜੂਦ ਹੁੰਦਾ ਰਾਜੇ, ਉਹ ਧੁੱਪ ਦੀ ਅਲਟਰਾਵਾਇਲਟ ਕਿਰਨਾਂ ਦੇ ਨਾਲ ਸੰਪਰਕ ਦੇ ਵਿੱਚ ਆਉਣ ਨਾਲ ਇੱਕ ਸੰਸਲੇਸ਼ਨ ਸ਼ੁਰੂ ਹੁੰਦਾ ਹੈ, ਉਹ ਬਣਾਉਂਦਾ ਹੈ। ਠੀਕ ਹੈ ਜੀ। ਕਿਹੜਾ ਬਣਾਉਂਦਾ? 7D ਹਾਈਡਰੋਕੋਸਟਰੋਲ। ਠੀਕ ਹੈ ਜੀ, ਉਹ ਆਪਣੀ ਬੋਡੀ 'ਚ ਮੌਜੂਦ ਹੁੰਦਾ ਹੈ। ਇਸ ਤੋਂ ਇਲਾਵਾ ਜਿਹੜੇ ਆਪਣੇ ਫੂਡ ਹੁੰਦੇ ਆ, ਜਾਨਵਰਾਂ ਦਾ ਭੋਜਨ ਹੋ ਗਿਆ, ਅੰਡੇ ਹੋ ਗਏ, ਮੱਖਣ ਹੋ ਗਏ, ਪਨੀਰ ਹੋ ਗਏ, ਮੱਛੀ ਦੀਆਂ ਕੁਝ ਕਿਸਮਾਂ ਦੇ ਵਿੱਚ ਵਿਟਾਮਿਨ D ਪਾਇਆ ਜਾਂਦਾ ਹੈ। ਤਾਂ ਇਹ ਸੀਗਾ ਜੀ ਤੁਹਾਡਾ ਅੱਜ ਦੀ ਗੱਲਬਾਤ, ਤੁਹਾਨੂੰ ਮੈਂ ਦੱਸਤਾ। ਤੇ ਤੁਸੀਂ ਮੈਨੂੰ ਲਾਸਟ ਦੇ ਵਿੱਚ ਇਸ ਕੁਐਸਚਨ ਦਾ ਜਵਾਬ ਦੇ ਕੇ ਜਾਣਾ। ਬਹੁਤ ਸੌਖਾ ਕੁਐਸਚਨ ਹੈ। ਹੇਠ ਲਿਖਿਆਂ ਵਿੱਚੋਂ ਕਿਹੜਾ ਕੈਲਸ਼ੀਅਮ ਮਜ਼ਬੂਤ ਹੱਡੀਆਂ ਬਣਾਉਣ ਵਾਸਤੇ ਕੰਮ ਕਰਦਾ? ਵਿਟਾਮਿਨ D, C, ਫਾਸਫੋਰਸ ਜਾਂ ਫਿਰ ਲੋਹਾ। ਠੀਕ ਹੈ ਜੀ, ਜਿਹਨੂੰ ਆਪਾਂ ਆਇਰਨ ਕਹਿ ਦਿੰਦੇ ਆ। ਤਾਂ ਮੈਨੂੰ ਲੱਗਦਾ ਤੁਹਾਨੂੰ ਅੱਜ ਦੀ ਕਲਾਸ ਬਹੁਤ ਪਸੰਦ ਆਈ ਹੋਊਗੀ। ਮੈਂ ਜਲਦੀ ਕੋਸ਼ਿਸ਼ ਕਰੂੰਗਾ, ਕੀ ਪਤਾ ਸ਼ਾਮ ਨੂੰ ਹੀ ਕਲਾਸ ਪਾ ਦੇਵਾਂ। ਤੇ ਵਿਟਾਮਿਨ ਆਪਾਂ ਕੰਪਲੀਟ ਕਰਨੇ ਅੱਜ। ਠੀਕ ਹੈ ਜੀ। ਤੇ ਤੁਹਾਨੂੰ ਬਾਕੀ ਥੋੜੀ ਜਾਣਕਾਰੀ ਵਾਸਤੇ ਮੈਂ ਦੱਸ ਹੀ ਦਿੱਤਾ ਬੇਟੇ, ਕੰਪਿਊਟਰ ਦੇ MCQ ਲੈਣੇ ਹੋਣ ਤੇ ਪੰਜਾਬ GK ਦੇ, ਪੰਜਾਬੀ ਵਿਆਕਰਨ ਦੇ, ਅੰਗਰੇਜ਼ੀ ਪੰਜਾਬੀ ਮੀਡੀਅਮ 'ਚ ਤੁਹਾਨੂੰ MCQ ਮਿਲ ਜਾਣਗੇ ਬਹੁਤ ਹੀ ਰੀਜ਼ਨੇਬਲ ਪ੍ਰਾਈਸ ਦੇ ਵਿੱਚ। ਤੇ ਮਤਲਬ ਕਿ ਗਰੰਟੀ ਹੈਗੀ ਜੋ ਪੇਪਰ ਆਇਆ ਰਾਜੇ ਇਹਦੇ ਵਿੱਚੋਂ ਹੀ ਆਉਂਦਾ। ਤੁਹਾਨੂੰ ਤੁਸੀਂ ਚੈੱਕ ਵੀ ਕਰ ਸਕਦੇ ਹੋ, ਕੰਪਿਊਟਰ ਦਾ ਪੇਪਰ ਪਿਛਲੀ ਵਾਰੀ ਸਾਰਾ ਇਹਦੇ 'ਚ ਹੀ ਆਇਆ। ਤੇ ਨੋਟਸ ਲੈਣ ਵਾਸਤੇ ਤੁਸੀਂ ਮੈਨੂੰ ਮੈਸੇਜ ਕਰ ਸਕਦੇ ਹੋ ਰਾਜੇ ਇਸ ਨੰਬਰ ਤੇ। ਬਾਕੀ ਕਲਾਸ ਜੀ ਕਿਵੇਂ ਲੱਗੀ ਹੈ ਕਮੈਂਟ ਜ਼ਰੂਰ ਕਰਿਆ ਕਰੋ। ਜੇ ਵਧੀਆ ਲੱਗੀ ਹੈ ਤਾਂ ਲਾਈਕ ਕਰ ਦਿਓ, ਸ਼ੇਅਰ ਕਰ ਦਿਓ, ਚੈਨਲ ਨੂੰ ਕਰ ਲਓ ਸਬਸਕ੍ਰਾਈਬ ਜਿਹੜੇ ਬੱਚੇ ਚੈਨਲ ਤੇ ਨਵੇਂ ਨੇ। ਸ਼ੁਕਰੀਆ ਬੇਟੇ, ਧੰਨਵਾਦ। ਸਰਬਤ ਦਾ ਭਲਾ ਬਾਬਾ ਮਿਹਰ ਕਰੇ।